ਸਤਿ ਸ਼੍ਰੀ ਅਕਾਲ ਜੀ। ਹੱਥ ਵਿੱਚ 10 ਰੁਪਏ ਦਾ ਨੋਟ ਸੀ ਤੇ ਮੈਂ ਦੁਕਾਨ ਵੱਲ ਜਾ ਰਿਹਾ ਸੀ। ਮੇਰੇ ਦਿਮਾਗ ਵਿੱਚ ਇਹੀ ਸਵਾਲ ਉੱਠ ਰਿਹਾ ਸੀ ਕਿ ਕਿਤੇ ਮੈਂ 10 ਰੁਪਏ ਵਿੱਚ ਆਪਣੇ ਪਰਿਵਾਰ ਵਾਲਿਆਂ ਦੀ ਇੱਜ਼ਤ ਵੇਚ ਤਾਂ ਨਹੀਂ ਰਿਹਾ। ਹਾਂ, ਮੈਂ ਇਹੀ ਸੋਚ ਰਿਹਾ ਸੀ। ਪਤਾ ਨਹੀਂ ਕਿਉਂ ਮੇਰੇ ਕਦਮ ਰੁਕ ਗਏ। ਜਿਸ ਸ਼ਖਸ ਨੇ ਮੈਨੂੰ 10 ਰੁਪਏ ਦੇ ਕੇ ਘਰ ਚੋਂ ਕੱਢਿਆ ਸੀ, ਮੈਂ ਵਾਪਸ ਉਸੇ ਵੱਲ ਤੁਰ ਪਿਆ। ਪਰ ਮੈਂ ਕੀ ਕਰਦਾ, ਦਰਵਾਜ਼ਾ ਤਾਂ ਅੰਦਰੋਂ ਬੰਦ ਸੀ। ਘਰ ਵਿੱਚ ਜਵਾਨ ਔਰਤ ਸੀ ਜੋ ਬਹੁਤ ਹੀ ਸੋਹਣੀ ਸੀ। ਮੈਂ ਗੁਆਂਢੀਆਂ ਦੇ ਘਰ ਵਿੱਚ ਦੀ ਜਾ ਕੇ ਛੱਤ ਉੱਪਰੋਂ ਆਪਣੇ ਘਰ 'ਚ ਛਲਾਂਗ ਲਗਾ ਦਿੱਤੀ। ਪਰ ਜਿਵੇਂ ਹੇਠਾਂ ਆਇਆ, ਮੈਂ ਅਜੇ ਕੁਝ ਦੇਖਿਆ ਤਾਂ ਨਹੀਂ ਸੀ, ਪਰ ਆਵਾਜ਼ਾਂ ਸੁਣ ਕੇ ਹੀ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਦਰਵਾਜ਼ਾ ਅੰਦਰੋਂ ਬੰਦ ਸੀ, ਪਰ ਬਾਹਰ ਵਾਲੀ ਕੁੰਡੀ ਖੁੱਲੀ ਸੀ। ਉਸ ਕਮਰੇ 'ਚ ਜੋ ਔਰਤ ਸੀ, ਉਸ ਦੀ ਹੈਸੀਅਤ ਮੇਰੇ ਦਿਲ 'ਚ ਸਭ ਤੋਂ ਉੱਚੀ ਸੀ। ਉਸੇ ਕਮਰੇ ਵਿੱਚੋਂ ਆਵਾਜ਼ਾਂ ਆ ਰਹੀਆਂ ਸੀ। ਮੇਰਾ ਖੂਨ ਖੌਲ ਰਿਹਾ ਸੀ। ਮੇਰੇ ਹੱਥ ਪੈਰ ਫੁੱਲ ਰਹੇ ਸੀ। ਮੈਂ ਸਮਝ ਗਿਆ ਕਿ ਕੋਈ ਗੜਬੜ ਆ। ਮੈਂ ਝਟਕੇ ਨਾਲ ਦਰਵਾਜ਼ਾ ਖੋਲ੍ਹਿਆ। ਜਦੋਂ ਮੈਂ ਸਾਹਮਣੇ ਦੇਖਿਆ ਤਾਂ ਉਹ ਸ਼ਖਸ ਬੈੱਡ 'ਤੇ ਚਿੱਟੀ ਚਾਦਰ ਵਿਛਾ ਕੇ ਮੇਰੀ ਸਕੀ। ਮੈਂ ਬਹੁਤ ਹੀ ਛੋਟੀ ਉਮਰ ਦਾ ਸੀ ਜਦੋਂ ਮੇਰੇ ਪਾਪਾ ਇਸ ਦੁਨੀਆ ਤੋਂ ਚਲੇ ਗਏ। ਅਜੇ ਵੀ ਮੈਂ ਕੋਈ ਜ਼ਿਆਦਾ ਉਮਰ ਦਾ ਨਹੀਂ ਸੀ, ਪਰ ਹਾਂ, ਕੱਦ ਕਾਠ ਤੋਂ ਇੱਕ ਮਰਦ ਲੱਗਦਾ ਹਾਂ। ਸਾਰੇ ਮੈਨੂੰ ਇਹੀ ਕਹਿੰਦੇ ਆ ਕਿ ਤੂੰ ਮਰਦ ਬਣਾ, ਕਿਉਂਕਿ ਮੇਰੇ ਪਾਪਾ ਇਸ ਦੁਨੀਆ ਵਿੱਚ ਨਹੀਂ। ਮੇਰੀ ਮੰਮੀ ਲੋਕਾਂ ਦੇ ਘਰਾਂ 'ਚ ਖਾਣਾ ਬਣਾਉਣ ਦਾ ਕੰਮ ਕਰਦੀ ਸੀ, ਪਰ ਮੈਂ ਹੁਣ ਉਸ ਨੂੰ ਮਨ੍ਹਾ ਕਰ ਦਿੱਤਾ ਸੀ ਕਿ ਇਹ ਕੰਮ ਨਹੀਂ ਕਰਨਾ। ਅਸੀਂ ਘਰ ਵਿੱਚ 2 ਜਣੇ ਰਹਿੰਦੇ ਹਾਂ। ਮਿਹਨਤ ਮਜ਼ਦੂਰੀ ਨਾਲ ਸਾਡਾ ਗੁਜ਼ਾਰਾ ਹੋ ਸਕਦਾ, ਕਿਉਂਕਿ ਮੇਰੇ ਪਾਪਾ ਨੇ ਸਾਡੇ ਰਹਿਣ ਦੇ ਲਈ ਘਰ ਬਣਾਇਆ ਹੋਇਆ ਸੀ। ਘਰ ਜ਼ਿਆਦਾ ਵੱਡਾ ਤਾਂ ਨਹੀਂ ਸੀ, 2 ਕਮਰਿਆਂ ਵਾਲਾ ਹੀ ਸੀ। ਉਹਨਾਂ ਦੋਨਾਂ ਕਮਰਿਆਂ ਵਿੱਚੋਂ ਇੱਕ ਕਮਰਾ ਰਹਿਣ ਦੇ ਲਾਇਕ ਨਹੀਂ ਸੀ, ਪਰ ਮੈਂ ਫਿਰ ਵੀ ਉਸੇ ਕਮਰੇ 'ਚ ਰਹਿ ਰਿਹਾ ਸੀ ਤੇ ਦੂਜੇ ਕਮਰੇ 'ਚ ਮੇਰੀ ਮਾਂ ਰਹਿੰਦੀ ਸੀ। ਮੇਰੀ ਮਾਂ ਬਹੁਤ ਹੀ ਸੋਹਣੀ ਤੇ ਜਵਾਨ ਸੀ। ਉਹਨਾਂ ਦਾ ਬਹੁਤ ਛੋਟੀ ਉਮਰ 'ਚ ਵਿਆਹ ਹੋ ਗਿਆ ਸੀ ਤੇ ਵਿਆਹ ਤੋਂ 1 ਸਾਲ ਬਾਅਦ ਹੀ ਮੈਂ ਉਹਨਾਂ ਦੀ ਗੋਦ 'ਚ ਆ ਗਿਆ। ਮੈਂ ਬਹੁਤ ਛੋਟੀ ਉਮਰ ਦਾ ਸੀ ਜਦੋਂ ਮੇਰੇ ਪਾਪਾ ਇਸ ਦੁਨੀਆ ਤੋਂ ਚਲੇ ਗਏ। ਮੇਰੀ ਮਾਂ ਮੇਰੇ ਪਾਪਾ ਨੂੰ ਬਹੁਤ ਪਿਆਰ ਕਰਦੀ ਸੀ। ਮਾਂ ਕਹਿੰਦੀ ਆ ਕਿ ਤੇਰੇ ਪਾਪਾ ਦੁਨੀਆ ਦੇ ਸਭ ਤੋਂ ਚੰਗੇ ਇਨਸਾਨ ਸੀ। ਮੈਨੂੰ ਇਹ ਵੀ ਦੱਸਿਆ ਸੀ ਕਿ ਮੈਂ ਤੇਰੇ ਪਾਪਾ ਦੀ ਮੌਤ ਤੋਂ ਬਾਅਦ 1 ਸਾਲ ਲਈ ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰ ਰਹਿੰਦੀ ਸੀ, ਪਰ ਫਿਰ ਮੈਂ ਉੱਥੋਂ ਵਾਪਸ ਆ ਗਈ। ਮੈਂ ਆਪਣੀ ਮਾਂ ਨੂੰ ਪੁੱਛਿਆ ਕਿ ਤੁਸੀਂ ਵਾਪਸ ਕਿਉਂ ਆ ਗਏ, ਤਾਂ ਮੇਰੀ ਮਾਂ ਨੇ ਦੱਸਿਆ ਕਿ ਮੇਰੀ ਤੇਰੀ ਦਾਦੀ ਨਾਲ ਬਣਦੀ ਨਹੀਂ ਸੀ। ਪਰ ਇਹ ਗੱਲ ਤਾਂ ਮੈਂ ਚੰਗੀ ਤਰ੍ਹਾਂ ਜਾਣਦਾ ਕਿ ਮੇਰੀ ਮਾਂ ਕਿਸੇ ਨਾਲ ਬੁਰੀ ਤਾਂ ਨਹੀਂ ਹੋ ਸਕਦੀ, ਕਿਉਂਕਿ ਮੇਰੀ ਮਾਂ ਬਹੁਤ ਹੀ ਮਾਸੂਮ ਅਤੇ ਨੇਕ ਦਿਲ ਔਰਤ ਸੀ। ਪਤਾ ਨਹੀਂ ਕਿਉਂ ਉਹਨਾਂ ਦੀ ਮੇਰੀ ਦਾਦੀ ਨਾਲ ਨਹੀਂ ਬਣੀ। ਮੇਰੀ ਦਾਦੀ ਵੀ ਜ਼ਿਆਦਾ ਚੁਸਤ ਚਲਾਕ ਨਹੀਂ ਸੀ। ਉਹ ਵੀ ਇੱਕ ਭੋਲੀ ਭਾਲੀ ਔਰਤ ਸੀ। ਜਦੋਂ ਵੀ ਅਸੀਂ ਉਸ ਨੂੰ ਮਿਲਣ ਜਾਂਦੇ ਸੀ ਤਾਂ ਉਹ ਸਾਨੂੰ ਦੇਖ ਕੇ ਬਹੁਤ ਹੀ ਖੁਸ਼ ਹੁੰਦੀ ਸੀ। ਸਾਨੂੰ ਬਹੁਤ ਪਿਆਰ ਕਰਦੀ ਸੀ ਤੇ ਸਾਡਾ ਖਿਆਲ ਰੱਖਣ ਦੀ ਪੂਰੀ ਕੋਸ਼ਿਸ਼ ਕਰਦੀ। ਉਹ ਮਾਂ ਨੂੰ ਧੀ ਕਹਿ ਕੇ ਬੁਲਾਉਂਦੀ ਸੀ, ਵਰਨਾ ਕਿਹੜੀ ਸੱਸ ਆਪਣੀ ਨੂੰਹ ਨੂੰ ਧੀ ਕਹਿੰਦੀ ਆ। ਇਹ ਸ਼ਬਦ ਤਾਂ ਸੱਸ ਦੇ ਮੂੰਹ 'ਤੇ ਆਉਂਦਾ ਹੀ ਨਹੀਂ, ਪਰ ਮੇਰੀ ਦਾਦੀ ਬਹੁਤ ਚੰਗੀ ਸੀ। ਹੁਣ ਉਹ ਇਸ ਦੁਨੀਆ ਵਿੱਚ ਨਹੀਂ ਰਹੀ। ਉਸ ਘਰ 'ਚ ਮੇਰੀ ਇੱਕ ਭੂਆ ਸੀ ਜਿਸ ਦਾ ਤਲਾਕ ਹੋ ਚੁੱਕਿਆ ਸੀ। ਮੇਰੇ ਦਾਦਾ ਜੀ ਤੇ ਚਾਚਾ ਜੀ ਸੀ। ਚਾਚਾ ਜੀ ਦੀ ਪਤਨੀ ਤੇ ਬੱਚੇ ਜੋ ਹੁਣ ਉਸ ਘਰ 'ਤੇ ਰਾਜ ਕਰ ਰਹੇ ਆ। ਉਹ ਘਰ ਬਹੁਤ ਵੱਡਾ ਸੀ। ਸਾਡਾ ਵੀ ਉਸ ਘਰ 'ਚ ਹਿੱਸਾ ਸੀ, ਪਰ ਮਾਂ ਕਹਿੰਦੀ ਸੀ ਕਿ ਅਸੀਂ ਉਫ ਤੱਕ ਨਹੀਂ ਕਰਾਂਗੇ, ਸਾਨੂੰ ਉਸ ਵਿੱਚੋਂ ਕੁਝ ਨਹੀਂ ਚਾਹੀਦਾ। ਮਾਂ ਕਹਿੰਦੀ ਸੀ ਕਿ ਤੇਰੇ ਪਾਪਾ ਨੇ ਸਾਨੂੰ ਇਹ ਘਰ ਦਿੱਤਾ ਨਾ, ਸਾਡੇ ਲਈ ਇਹੀ ਕਾਫੀ ਆ। ਪਰ ਇਹ ਸਾਡੇ ਲਈ ਕਾਫੀ ਨਹੀਂ ਸੀ। ਮੈਂ ਜਾਣਦਾ ਸੀ ਕਿ ਇਹ ਠੀਕ ਨਹੀਂ ਆ, ਕਿਉਂਕਿ ਇਹ ਘਰ ਉਸ ਜਗ੍ਹਾ 'ਤੇ ਬਣਾਇਆ ਗਿਆ ਜਿੱਥੇ ਲੋਕ ਪਹਿਲਾਂ ਕੂੜਾ ਸੁੱਟਦੇ ਸੀ। ਇਹ ਮਾਮਲਾ ਇੰਨਾ ਸਿੱਧਾ ਨਹੀਂ ਸੀ। ਅਜੇ ਵੀ ਇਸ ਘਰ 'ਚੋਂ ਬਦਬੂ ਆਉਂਦੀ ਸੀ। ਇਹ ਘਰ ਰਹਿਣ ਦੇ ਲਾਇਕ ਨਹੀਂ ਸੀ। ਜੇ ਅਸੀਂ ਇਸ ਜਗ੍ਹਾ ਨੂੰ ਵੇਚਦੇ ਤਾਂ ਵੀ ਉਸ ਇਨਸਾਨ ਨੇ ਲੈਣਾ ਸੀ ਜਿਸ ਨੇ ਇਸ ਘਰ ਵਿੱਚ ਜਾਨਵਰ ਰੱਖਣੇ ਸੀ। ਇਹ ਘਰ ਇਨਸਾਨਾਂ ਦੇ ਰਹਿਣ ਦੇ ਲਾਇਕ ਨਹੀਂ ਸੀ। ਜਦੋਂ ਦੇ ਪਾਪਾ ਇਸ ਦੁਨੀਆ 'ਚੋਂ ਗਏ ਆ, ਚਾਚਾ ਜੀ ਨੇ ਸਾਡਾ ਬਹੁਤ ਸਾਥ ਦਿੱਤਾ ਸੀ। ਇਸ ਲਈ ਮੈਂ ਸੋਚਦਾ ਸੀ ਕਿ ਮੈਂ ਚਾਚਾ ਜੀ ਨਾਲ ਗੱਲ ਕਰਾਂ, ਪਰ ਮਾਂ ਕਹਿੰਦੀ ਸੀ ਕਿ ਸਾਥ ਦੇਣਾ ਹੋਰ ਗੱਲ ਆ, ਘਰ 'ਚੋਂ ਹਿੱਸਾ ਮੰਗਣਾ ਹੋਰ। ਇਸ ਲਈ ਤੂੰ ਆਪਣੇ ਚਾਚੇ ਨਾਲ ਕੋਈ ਗੱਲ ਨਹੀਂ ਕਰਨੀ।
ਚਾਚਾ ਜੀ ਪਹਿਲਾਂ ਤਾਂ ਵਿਦੇਸ਼ ਵਿੱਚ ਰਹਿੰਦੇ ਸੀ ਤੇ ਹੁਣ ਉਹ ਕੁਝ ਮਹੀਨੇ ਵਾਪਸ ਆਏ ਸੀ। ਪਹਿਲਾਂ ਸਾਨੂੰ ਬਾਹਰੋਂ ਪੈਸੇ ਭੇਜਦੇ ਸੀ, ਪਰ ਜਦੋਂ ਉਹਨਾਂ ਦੀ ਪਤਨੀ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਨੇ ਇਹ ਸਿਲਸਿਲਾ ਬੰਦ ਕਰ ਦਿੱਤਾ। ਪਰ ਫਿਰ ਵੀ ਚੋਰੀ ਛੁਪੇ ਸਾਨੂੰ ਪੈਸੇ ਭੇਜ ਦਿੰਦੇ। ਚਾਚਾ ਜੀ ਦੀ ਇੱਕ ਛੋਟੀ ਬੇਟੀ ਸੀ ਜਿਸ ਦਾ ਨਾਂ ਪ੍ਰਨੀਤ ਸੀ। ਉਹ ਮੈਨੂੰ ਬਹੁਤ ਚੰਗੀ ਲੱਗਦੀ ਸੀ। ਉਹ ਮੇਰੇ ਚਾਚਾ ਜੀ ਦੀ ਸਕੀ ਕੁੜੀ ਨਹੀਂ ਸੀ, ਬਲਕਿ ਉਹਨਾਂ ਨੇ ਕਿਤੋਂ ਗੋਦ ਲਈ ਸੀ। ਇਸ ਲਈ ਮੇਰਾ ਉਸ ਨਾਲ ਵਿਆਹ ਹੋ ਸਕਦਾ ਸੀ। ਜਦੋਂ ਮੈਂ ਆਪਣੀ ਮਾਂ ਨਾਲ ਗੱਲ ਕੀਤੀ ਤਾਂ ਮਾਂ ਨੇ ਕਿਹਾ ਕਿ ਉਹ ਨਹੀਂ ਮੰਨਣਗੇ। ਆਪਣੇ ਕੋਲ ਹੈ ਹੀ ਕੀ ਸਿਵਾਏ ਇਸ ਘਰ ਤੋਂ ਜੋ ਕੂੜੇ ਵਾਲੀ ਜਗ੍ਹਾ ਤੇ ਬਣਿਆ। ਮੇਰੀ ਮਾਂ ਮੇਰੇ ਪਾਪਾ ਲਈ ਬਹੁਤ ਮੈਨੂੰ ਚੰਗੀਆਂ ਗੱਲਾਂ ਦੱਸਦੀ ਸੀ। ਉਹਨਾਂ ਵਰਗਾ ਬੰਦਾ ਇਸ ਦੁਨੀਆ ਵਿੱਚ ਹੈ ਹੀ ਨਹੀਂ ਸੀ। ਤੂੰ ਵੀ ਆਪਣੇ ਪਾਪਾ ਦੀ ਤਰ੍ਹਾਂ ਬਣੀ। ਆਪਣੀ ਪਤਨੀ ਦੇ ਲਈ ਤੇਰੇ ਪਾਪਾ ਨੇ ਆਪਣੇ ਪਰਿਵਾਰ ਨੂੰ ਛੱਡ ਦਿੱਤਾ ਸੀ। ਮੈਂ ਇਹ ਨਹੀਂ ਕਹਿੰਦੀ ਕਿ ਸਭ ਨੂੰ ਆਪਣੀ ਪਤਨੀ ਲਈ ਆਪਣੇ ਪਰਿਵਾਰ ਨੂੰ ਛੱਡ ਦੇਣਾ ਚਾਹੀਦਾ, ਪਰ ਜੋ ਸਹੀ ਹੋਵੇ ਉਸ ਦਾ ਸਾਥ ਦੇਣਾ ਚਾਹੀਦਾ। ਪਰ ਇਹ ਹਿੰਮਤ ਬਹੁਤ ਘੱਟ ਲੋਕਾਂ ਵਿੱਚ ਹੁੰਦੀ ਆ। ਚਾਚਾ ਜੀ ਸਾਡੀ ਮਦਦ ਦੂਰ ਰਹਿ ਕੇ ਕਰਦੇ ਸੀ, ਪਰ ਕਦੇ ਵੀ ਸਾਡੇ ਘਰ ਵਿੱਚ ਨਹੀਂ ਆਏ ਸੀ ਕਿਉਂਕਿ ਸਾਡੇ ਘਰ ਵਿੱਚ ਕੋਈ ਮਰਦ ਨਹੀਂ ਸੀ। ਮੈਨੂੰ ਤਾਂ ਸਾਰੇ ਛੋਟਾ ਬੱਚਾ ਹੀ ਸਮਝਦੇ ਸੀ, ਜਦ ਕਿ ਹੁਣ ਮੈਂ ਜਵਾਨ ਹੋ ਚੁੱਕਿਆ ਸੀ। ਪਰ ਸਾਰੇ ਕਹਿੰਦੇ ਸੀ ਕਿ ਇਸ ਦਾ ਕੱਦ ਕਾਠ ਹੀ ਵੱਡਾ, ਵੈਸੇ ਤਾਂ ਇਹ ਅਜੇ ਬੱਚਾ ਹੀ ਆ। ਪਰ ਮਰਦ ਚਾਹੇ 2 ਸਾਲ ਦਾ ਹੋਵੇ, ਔਰਤ ਦਾ ਹੱਥ ਫੜ ਕੇ ਉਸ ਦਾ ਬਾਜ਼ਾਰ ਜਾ ਸਕਦੀ ਆ, ਕਿਉਂਕਿ ਔਰਤ ਦੇ ਦਿਮਾਗ ਵਿੱਚ ਇਹ ਗੱਲ ਹੁੰਦੀ ਆ ਕਿ ਉਸ ਦੇ ਨਾਲ ਕੋਈ ਹੈ। ਰੱਬ ਨੇ ਮਰਦ ਨੂੰ ਇੱਕ ਅਜਿਹੀ ਕਿਸਮ ਦੀ ਤਾਕਤ ਦਿੱਤੀ ਆ, ਕਿਉਂਕਿ ਮਰਦ 8 ਸਾਲ ਦਾ ਵੀ ਹੁੰਦਾ ਤਾਂ ਜੇ ਉਹ ਆਪਣੀ ਮਾਂ ਨਾਲ ਤੁਰਿਆ ਜਾਂਦਾ ਹੋਵੇ ਤਾਂ ਸਮਝ ਜਾਂਦੇ ਆ ਲੋਕ ਕਿ ਉਹ ਮਰਦ ਆ। ਚਾਚਾ ਜੀ ਇੱਕ ਦਿਨ ਘਰ ਆਏ ਤੇ ਮੇਰੇ ਸਿਰ ਉੱਪਰ ਹੱਥ ਰੱਖਿਆ ਤੇ ਕਹਿਣ ਲੱਗੇ, ਮੈਂ ਤਾਂ ਵਿਦੇਸ਼ ਵਿੱਚ ਹੀ ਰਿਹਾ ਤੇ ਮੇਰਾ ਭਰਾ ਇਸ ਦੁਨੀਆ ਤੋਂ ਚਲਿਆ ਗਿਆ, ਪਰ ਹੁਣ ਮੈਂ ਆ ਗਿਆ। ਮੈਨੂੰ ਵੀ ਚਾਚਾ ਜੀ ਦੀ ਗੱਲ ਸੁਣ ਕੇ ਥੋੜੀ ਜਿਹੀ ਤਸੱਲੀ ਹੋਈ। ਉਹਨਾਂ ਨੇ ਕਿਹਾ, ਜਦੋਂ ਮੈਂ ਗਿਆ ਸੀ ਤਾਂ ਤੂੰ ਛੋਟਾ ਜਿਹਾ ਸੀ। ਮੈਂ ਤੈਨੂੰ ਪੈਸੇ ਦੇ ਦਿੰਦਾ ਸੀ ਤੇ ਤੂੰ ਦੁਕਾਨ ਤੇ ਚਲਾ ਜਾਂਦਾ ਸੀ। ਲੈ ਅੱਜ ਵੀ ਤੂੰ ਪੈਸੇ ਲੈ ਲਾ ਤੇ ਆਪਣੇ ਲਈ ਦੁਕਾਨ ਤੋਂ ਕੁਝ ਲੈ ਆ। ਮੈਂ ਕਿਹਾ, ਨਹੀਂ ਚਾਚਾ ਜੀ, ਮੈਨੂੰ ਕੋਈ ਜ਼ਰੂਰਤ ਨਹੀਂ। ਚਾਚਾ ਜੀ ਬੋਲੇ, ਕਿਉਂ ਜ਼ਰੂਰਤ ਕਿਉਂ ਨਹੀਂ? ਮੇਰੇ ਲਈ ਤਾਂ ਤੂੰ ਅਜੇ ਵੀ ਛੋਟਾ ਜਿਹਾ ਬੱਚਾ। ਉਹਨਾਂ ਨੇ ਮੇਰੇ ਹੱਥ 'ਚ 10 ਰੁਪਏ ਦਾ ਨੋਟ ਫੜਾ ਦਿੱਤਾ। ਉਸ ਜ਼ਮਾਨੇ 'ਚ 10 ਰੁਪਏ ਬਹੁਤ ਸੀ। ਮੈਨੂੰ ਵੀ ਯਾਦ ਨਹੀਂ ਸੀ ਕਿ ਮੈਂ ਕਦੋਂ ਦੁਕਾਨ ਤੋਂ ਕੋਈ ਚੀਜ਼ ਲੈ ਕੇ ਖਾਧੀ ਸੀ, ਕਿਉਂਕਿ ਮੈਂ ਤਾਂ ਘਰ ਦੀ ਦਾਲ ਰੋਟੀ ਪੂਰੀ ਕਰਨ 'ਚ ਲੱਗਿਆ ਰਹਿੰਦਾ ਸੀ। ਮੈਂ ਆਪਣੀ ਮਾਂ ਵੱਲ ਵੇਖਿਆ ਤਾਂ ਮਾਂ ਨੇ ਕੁਝ ਨਹੀਂ ਕਿਹਾ ਕਿ ਜਾ ਬੇਟਾ, ਤੇਰੇ ਚਾਚਾ ਜੀ ਪੈਸੇ ਦੇ ਰਹੇ ਆ ਤਾਂ ਤੂੰ ਦੁਕਾਨ ਤੇ ਜਾ ਕੇ ਕੁਝ ਖਾਇਆ। ਪਰ ਚਾਚਾ ਜੀ ਨੇ ਦੁਬਾਰਾ ਫਿਰ ਮੈਨੂੰ ਕਿਹਾ ਤਾਂ ਮੈਂ ਖੁਦ ਹੀ ਬਾਹਰ ਚਲਿਆ ਗਿਆ। ਮੈਂ ਉਹਨਾਂ ਪੈਸਿਆਂ ਦਾ ਕੁਝ ਲਿਆ ਤੇ ਉੱਥੇ ਬੈਠ ਕੇ ਹੀ ਖਾਣ ਲੱਗ ਗਿਆ। ਬਚਪਨ ਤੇ ਜਵਾਨੀ ਵਿੱਚ ਬਾਹਰੋਂ ਕੁਝ ਲੈ ਕੇ ਖਾਣ ਵਿੱਚ ਅਲੱਗ ਹੀ ਬੜੀ ਐਸ਼ ਹੁੰਦੀ ਆ। ਇਨਸਾਨ ਬਹੁਤ ਖੁਸ਼ ਹੁੰਦਾ ਕਿ ਆਪਣੀ ਪਸੰਦ ਦਾ ਕੁਝ ਲੈ ਕੇ ਖਾਧਾ ਜਾਵੇ ਤਾਂ ਇਨਸਾਨ ਨੂੰ ਖੁਸ਼ੀ ਮਿਲਦੀ ਆ। ਚਾਹੇ ਕਿੰਨੇ ਵੱਡੇ ਹੋ ਜਾਈਏ, ਪਰ ਇਸ ਕੰਮ ਦੀ ਆਪਣੀ ਖੁਸ਼ੀ ਆ। ਸਾਡੇ ਮੁਹੱਲੇ 'ਚ ਇੱਕ ਪੇਸਟਰੀ ਵਾਲੇ ਦੀ ਦੁਕਾਨ ਸੀ। ਉਹ ਪੇਸਟਰੀ ਪਲੇਟ ਵਿੱਚ ਰੱਖ ਕੇ ਦਿੰਦਾ ਸੀ ਤੇ ਉੱਥੇ ਬੈਠ ਕੇ ਖਾ ਲਈਦੀ ਸੀ। ਜਦੋਂ ਮੈਂ ਵਾਪਸ ਆਇਆ ਤਾਂ ਚਾਚਾ ਜੀ ਜਾ ਚੁੱਕੇ ਸੀ ਤੇ ਮਾਂ ਰੋ ਰਹੀ ਸੀ। ਜਦੋਂ ਮੈਂ ਮਾਂ ਨੂੰ ਬੁਲਾਇਆ ਤਾਂ ਉਹ ਡਰ ਗਈ, ਜਿਵੇਂ ਉਸਨੇ ਕਿਸੇ ਹੋਰ ਨੂੰ ਦੇਖ ਲਿਆ ਹੋਵੇ। ਮੈਂ ਕਿਹਾ, ਕੀ ਹੋਇਆ ਮਾਂ, ਤੁਸੀਂ ਰੋ ਕਿਉਂ ਰਹੇ ਹੋ? ਚਾਚਾ ਜੀ ਚਲੇ ਗਏ? ਉਸਨੇ ਕਿਹਾ, ਹਾਂ ਚਲੇ ਗਏ। ਮਾਂ ਉੱਠ ਕੇ ਵਾਸ਼ਰੂਮ ਚਲੀ ਗਈ। ਮਾਂ ਜਦੋਂ ਵਾਪਸ ਆਈ ਤਾਂ ਉਸ ਦੀਆਂ ਅੱਖਾਂ 'ਚ ਹੰਝੂ ਸੀ। ਮੈਂ ਕਿਹਾ, ਕੀ ਹੋਇਆ ਮਾਂ, ਤੁਸੀਂ ਕਿਉਂ ਰੋ ਰਹੇ ਹੋ? ਮਾਂ ਗੁੱਸੇ 'ਚ ਬੋਲੀ, ਕੁਝ ਨਹੀਂ ਹੋਇਆ, ਤੂੰ ਖਾ ਲਿਆ ਨਾ ਜੋ ਕੁਝ ਖਾਣਾ ਸੀ। ਮੈਂ ਕਿਹਾ, ਹਾਂ ਮਾਂ, ਮੈਂ ਤਾਂ ਖਾ ਲਿਆ, ਪਰ ਤੁਹਾਨੂੰ ਕੀ ਹੋਇਆ? ਚਾਚਾ ਜੀ ਨੇ ਕੁਝ ਕਿਹਾ? ਤਾਂ ਮਾਂ ਬੋਲੀ, ਨਹੀਂ ਕੁਝ ਨਹੀਂ ਹੋਇਆ, ਤੂੰ ਜਾ ਕੇ ਆਪਣਾ ਕੰਮ ਕਰ, ਮੈਨੂੰ ਪਰੇਸ਼ਾਨ ਨਾ ਕਰ। ਉਸ ਦਿਨ ਮਾਂ ਦਾ ਪੂਰਾ ਦਿਨ ਮੂਡ ਖਰਾਬ ਰਿਹਾ। ਮਾਂ ਸਾਰਾ ਦਿਨ ਬੜਬੜਾਉਂਦੀ ਰਹੀ, ਕਦੇ ਮੈਨੂੰ ਤਾਨੇ ਦਿੰਦੀ ਰਹੀ ਤੇ ਕਦੇ ਕਹਿੰਦੀ ਰਹੀ ਕਿ ਤੇਰਾ ਪਿਓ ਮਰ ਗਿਆ, ਚੰਗਾ ਹੁੰਦਾ ਨਾਲ ਮੈਂ ਵੀ ਮਰ ਜਾਂਦੀ। ਕਦੇ ਕਹਿੰਦੀ, ਇਸ ਦੁਨੀਆ 'ਚ ਕੋਈ ਵੀ ਕਿਸੇ ਦਾ ਨਹੀਂ ਹੁੰਦਾ। ਮੈਂ ਦੇਖਿਆ ਤਾਂ ਸਿਰਹਾਣੇ ਥੱਲੇ 500 ਰੁਪਏ ਪਏ ਸੀ। ਮੈਂ ਕਿਹਾ, ਮਾਂ ਇਹ ਪੈਸੇ ਕਿੱਥੋਂ ਆਏ? ਤਾਂ ਮਾਂ ਨੇ ਕਿਹਾ, ਤੇਰੇ ਚਾਚੇ ਨੇ ਦਿੱਤੇ ਆ,
ਜਾ ਜਾ ਕੇ ਰਾਸ਼ਨ ਲੈ ਆ। ਤੈਨੂੰ ਬਹੁਤ ਸ਼ੌਂਕ ਸੀ ਨਾ 10 ਰੁਪਏ ਦਾ ਕੁਝ ਖਾਣ ਦਾ। ਜਾ ਹੁਣ 10 ਦੀ ਥਾਂ ਤੈਨੂੰ 500 ਮਿਲ ਗਿਆ। ਜਾ ਕੇ ਪੂਰੇ ਹਫਤੇ ਦਾ ਰਾਸ਼ਨ ਲਿਆ। ਹਫਤੇ ਬਾਅਦ ਤੇਰਾ ਚਾਚਾ ਫਿਰ ਆਵੇਗਾ, ਫਿਰ ਤੈਨੂੰ 500 ਦੇ ਜਾਵੇਗਾ। ਮੈਂ ਕਿਹਾ ਮਾਂ ਚੰਗੀ ਗੱਲ ਆ ਨਾ, ਚਾਚਾ ਆਪਣੀ ਮਦਦ ਕਰ ਰਿਹਾ। ਵੈਸੇ ਵੀ ਚਾਚਾ ਪਿਓ ਦੀ ਜਗ੍ਹਾ ਤੇ ਹੁੰਦਾ। ਮਾਂ ਮੇਰੇ ਵੱਲ ਇਸ ਤਰ੍ਹਾਂ ਦੇਖਣ ਲੱਗੀ ਕਿ ਮੈਨੂੰ ਚੁੱਕ ਕੇ ਜ਼ਮੀਨ ਤੇ ਸੁੱਟ ਦੇਣਾ ਹੋਵੇ, ਤੇ ਮੇਰੇ ਵੱਲ ਉਂਗਲੀ ਕਰਕੇ ਗੁੱਸੇ 'ਚ ਬੋਲੀ, ਨਹੀਂ, ਪਿਓ ਸਿਰਫ ਇੱਕ ਹੀ ਹੁੰਦਾ, ਪਿਓ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ। ਜੋ ਦੁਨੀਆ ਵਿੱਚੋਂ ਚਲਿਆ ਜਾਂਦਾ ਤਾਂ ਆਪਣਾ ਕੋਈ ਵੀ ਨਹੀਂ ਹੁੰਦਾ। ਇਹ ਗੱਲ ਆਪਣੇ ਦਿਮਾਗ 'ਚ ਬਿਠਾ ਲਾ। ਮੈਂ ਕਿਹਾ ਮਾਂ ਤੂੰ ਕਿਉਂ ਗੁੱਸਾ ਕਰੀ ਜਾਂਦੀ ਆ? ਤੂੰ ਆਪ ਹੀ ਤਾਂ ਕਹਿੰਦੀ ਆ ਕਿ ਮੇਰੇ ਕੋਲ ਪੈਸੇ ਨਹੀਂ ਹੁੰਦੇ ਤੈਨੂੰ 5-10 ਰੁਪਏ ਦੇਣ ਲਈ, ਪਰ ਅੱਜ ਜੇ ਮੈਂ 10 ਰੁਪਏ ਦੀ ਚੀਜ਼ ਖਾ ਲਈ ਤਾਂ ਮਾਂ ਤੂੰ ਗੁੱਸਾ ਕਰ ਰਹੀ ਆ, ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ। ਮਾਂ ਕਹਿਣ ਲੱਗੀ, ਹਾਂ ਮੈਨੂੰ ਖੁਸ਼ ਹੋਣਾ ਚਾਹੀਦਾ, ਅੱਜ ਜੋ ਹੋਇਆ ਮੈਨੂੰ ਉਸ ਲਈ ਵੀ ਖੁਸ਼ ਹੋਣਾ ਚਾਹੀਦਾ, ਤੈਨੂੰ ਵੀ ਖੁਸ਼ ਹੋਣਾ ਚਾਹੀਦਾ। ਜਾ ਖੁਸ਼ ਹੋ ਕੇ ਫਿਰਦਾ ਰਹਿ। ਮੈਂ ਕਿਹਾ ਮਾਂ ਮੈਨੂੰ ਪੂਰੀ ਗੱਲ ਤਾਂ ਦੱਸ, ਤੂੰ ਇਸ ਤਰ੍ਹਾਂ ਕਿਉਂ ਕਹਿ ਰਹੀ ਆ? ਤਾਂ ਮਾਂ ਨੇ ਕਿਹਾ ਨਹੀਂ ਕੁਝ ਨਹੀਂ, ਤੂੰ ਜਾ ਕੇ ਰਾਸ਼ਨ ਲੈ ਆ। ਮੈਂ ਪੈਸੇ ਲੈ ਕੇ ਦੁਕਾਨ ਤੇ ਰਾਸ਼ਨ ਲੈਣ ਚਲਿਆ ਗਿਆ। ਉਹਨਾਂ ਪੈਸਿਆਂ ਦਾ ਕਾਫੀ ਸਾਰਾ ਰਾਸ਼ਨ ਆ ਗਿਆ। 1 ਹਫ਼ਤੇ ਦਾ ਨਹੀਂ ਬਲਕਿ 2 ਹਫ਼ਤਿਆਂ ਦਾ ਆ ਗਿਆ। ਨਾਲ ਹੀ ਮੈਂ ਕੁਝ ਸਬਜ਼ੀਆਂ ਵਗੈਰਾ ਵੀ ਖਰੀਦ ਲਈਆਂ। ਮੈਂ ਸਿਲੰਡਰ 'ਚ ਗੈਸ ਵੀ ਭਰਾ ਲਈ। ਜੋ ਚੀਜ਼ਾਂ ਘਰ 'ਚ ਖਤਮ ਸੀ ਥੋੜੀਆਂ ਥੋੜੀਆਂ ਸਾਰੀਆਂ ਲੈ ਆਂਦੀਆਂ। ਮੈਂ ਮਾਂ ਨੂੰ ਕਿਹਾ, ਮਾਂ ਤੂੰ ਰੋਜ਼ ਮੈਨੂੰ ਥੋੜੀ ਜਿਹੀ ਦਾਲ ਬਣਾ ਕੇ ਦਿੰਨੀ ਆ, ਹੁਣ ਮੈਨੂੰ ਨਾਲ ਚੌਲ ਤੇ ਸਬਜ਼ੀ ਵੀ ਬਣਾ ਕੇ ਦਿਆ ਕਰੀ। ਮਾਂ ਮੇਰੀ ਗੱਲ ਸੁਣ ਕੇ ਗੁੱਸੇ 'ਚ ਆ ਗਈ, ਪਰ ਥੋੜੀ ਦੇਰ ਬਾਅਦ ਮੇਰੇ ਵੱਲ ਵੇਖ ਕੇ ਰੋਣ ਲੱਗ ਪਈ। ਕਹਿਣ ਲੱਗੀ, ਅੱਗੇ ਮੈਂ ਤੈਨੂੰ ਪਤਲੀ ਜਿਹੀ ਦਾਲ ਬਣਾ ਕੇ ਦਿੰਦੀ ਸੀ, ਹੁਣ ਮੈਂ ਤੈਨੂੰ ਸੁੱਕੀ ਸਬਜ਼ੀ ਤੇ ਚੌਲ ਬਣਾ ਕੇ ਦੇਵਾਂਗੀ। ਫਿਰ ਮੈਨੂੰ ਆਪਣੀ ਮਾਂ ਤੇ ਪਿਆਰ ਆ ਗਿਆ। ਮੈਨੂੰ ਆਪਣੀ ਮਾਂ ਦਾ ਮੂਡ ਸਮਝ ਨਹੀਂ ਆ ਰਿਹਾ ਸੀ। ਮਾਂ ਨੇ ਕਿਹਾ, ਚੱਲ ਹੁਣ ਘਰ ਦਾ ਰਾਸ਼ਨ ਆ ਗਿਆ। ਇਹ ਗੱਲ ਮਾਂ ਨੇ ਇਸ ਤਰ੍ਹਾਂ ਕਹੀ ਜਿਵੇਂ ਕੋਈ ਨੁਕਸਾਨ ਹੋ ਗਿਆ ਹੋਵੇ। ਮੇਰੇ ਲਈ 500 ਰੁਪਇਆ ਕਮਾਉਣਾ ਬਹੁਤ ਮੁਸ਼ਕਲ ਸੀ। ਵਾਕਿਆ ਹੀ ਮਹੀਨੇ ਭਰ ਦਾ ਰਾਸ਼ਨ ਆ ਜਾਣਾ ਸੀ। ਮੈਨੂੰ ਆਪਣੀ ਮਾਂ ਦੀ ਬੇਵਸੀ ਤੇ ਗੁੱਸਾ ਸਮਝ ਨਹੀਂ ਆ ਰਿਹਾ ਸੀ, ਪਰ ਮੈਂ ਮਨ ਹੀ ਮਨ ਵਿੱਚ ਖੁਸ਼ ਹੋ ਰਿਹਾ ਸੀ ਕਿ ਚਲੋ ਚਾਚਾ ਜੀ ਨੂੰ ਸਾਡਾ ਫਿਕਰ ਤਾਂ ਹੋਇਆ। 2-3 ਦਿਨ ਦਾ ਤਾਂ ਇਸੇ ਤਰ੍ਹਾਂ ਰਹੇ, ਫਿਰ ਹੌਲੀ ਹੌਲੀ ਉਸ ਦਾ ਮੂਡ ਠੀਕ ਹੋ ਗਿਆ। ਜਿਸ ਦਿਨ ਮਾਂ ਦਾ ਮੂਡ ਬਿਲਕੁਲ ਠੀਕ ਸੀ ਉਸ ਦਿਨ ਚਾਚਾ ਜੀ ਫਿਰ ਸਾਡੇ ਘਰ ਆ ਗਏ। ਮੈਂ ਤਾਂ ਸੋਚਦਾ ਸੀ ਕਿ ਚਾਚਾ ਜੀ ਮਹੀਨੇ ਬਾਅਦ ਸਾਡੇ ਘਰ ਆਇਆ ਕਰਨਗੇ ਤੇ ਮਹੀਨੇ ਦੇ ਰਾਸ਼ਨ ਤੇ ਪੈਸੇ ਦੇ ਜਾਇਆ ਕਰਨਗੇ, ਪਰ ਜਦੋਂ ਇਸ ਵਾਰ ਚਾਚਾ ਜੀ ਸਾਡੇ ਘਰ ਆਏ ਤੇ ਉਹਨਾਂ ਦੇ ਹੱਥ ਵਿੱਚ ਕਾਫੀ ਸਾਰਾ ਸਮਾਨ ਸੀ, ਫਲ ਫਰੂਟ ਸੀ, ਸਬਜ਼ੀਆਂ ਸੀ। ਮੈਂ ਇਹ ਸਭ ਕੁਝ ਦੇਖ ਕੇ ਬਹੁਤ ਹੀ ਖੁਸ਼ ਹੋ ਗਿਆ, ਪਰ ਮੇਰੀ ਮਾਂ ਬਿਲਕੁਲ ਵੀ ਖੁਸ਼ ਨਹੀਂ ਹੋਈ। ਇੱਕ ਵਾਰ ਮੇਰੀ ਭੂਆ ਨੇ ਮੈਨੂੰ ਕਿਹਾ ਕਿ ਤੇਰੀ ਮਾਂ ਨੇ ਸਾਨੂੰ ਤੇਰੇ ਪਾਪਾ ਤੋਂ ਦੂਰ ਕਰ ਦਿੱਤਾ। ਤੇਰੀ ਮਾਂ ਸਾਡੇ ਨਾਲ ਬਿਲਕੁਲ ਵੀ ਚੰਗੇ ਤਰੀਕੇ ਨਾਲ ਨਹੀਂ ਰਹਿੰਦੀ। ਇਸੇ ਵਜ੍ਹਾ ਕਰਕੇ ਮਾਂ ਉਹਨਾਂ ਤੋਂ ਅਲੱਗ ਰਹਿੰਦੀ ਸੀ। ਸ਼ਾਇਦ ਮਾਂ ਦੇ ਦਿਲ ਵਿੱਚ ਅਜੇ ਵੀ ਉਹਨਾਂ ਲਈ ਨਫ਼ਰਤ ਸੀ, ਪਰ ਮਾਂ ਨੂੰ ਉਹਨਾਂ ਲਈ ਨਫ਼ਰਤ ਨਹੀਂ ਰੱਖਣੀ ਚਾਹੀਦੀ ਸੀ। ਅੱਜ ਦੇ ਜ਼ਮਾਨੇ 'ਚ ਕੌਣ ਕਿਸੇ ਦਾ ਫਿਕਰ ਕਰਦਾ? ਚਾਚਾ ਜੀ ਸਾਡਾ ਫਿਕਰ ਕਰ ਰਹੇ ਸੀ। ਇਹ ਕੋਈ ਛੋਟੀ ਗੱਲ ਨਹੀਂ ਸੀ, ਪਰ ਮਾਂ ਨੂੰ ਦੇਖ ਕੇ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਚਾਚਾ ਜੀ ਨੂੰ ਦੇਖ ਕੇ ਮਾਂ ਦੀ ਰੂਹ ਸੜ ਗਈ ਹੋਵੇ। ਮਾਂ ਨੇ ਤਾਂ ਚਾਚਾ ਜੀ ਨੂੰ ਪਾਣੀ ਤੱਕ ਨਹੀਂ ਪੁੱਛਿਆ। ਮੈਂ ਹੀ ਅੱਗੇ ਵਧ ਕੇ ਚਾਚਾ ਜੀ ਨੂੰ ਪਾਣੀ ਪੁੱਛਿਆ। ਚਾਚਾ ਜੀ ਨੇ ਕਿਹਾ, ਹਾਂ ਹਾਂ ਮੈਂ ਪਾਣੀ ਵੀ ਪੀਊਂਗਾ ਤੇ ਚਾਹ ਵੀ ਪੀਊਂਗਾ, ਥੋੜੇ ਟਾਈਮ ਤੁਹਾਡੇ ਕੋਲ ਬੈਠਾਂਗਾ। ਮੈਂ ਰਸੋਈ 'ਚ ਗਿਆ ਤਾਂ ਉੱਥੇ ਚਾਹ ਨਾਲ ਖਾਣ ਲਈ ਕੁਝ ਵੀ ਨਹੀਂ ਸੀ। ਫਿਰ ਮੈਂ ਬਾਹਰ ਆ ਗਿਆ। ਮੈਂ ਕਿਹਾ ਕਿ ਮੈਂ ਦੁਕਾਨ ਤੇ ਜਾ ਕੇ ਆਉਣਾ। ਚਾਚਾ ਜੀ ਨੇ ਮੈਨੂੰ 10 ਰੁਪਏ ਦਿੱਤੇ ਤੇ ਕਿਹਾ, ਹਾਂ ਹਾਂ ਆ ਕੁਝ ਪੈਸੇ ਲੈ ਜਾ, ਤੂੰ ਆਪਣੇ ਲਈ ਵੀ ਕੁਝ ਖਾਣ ਨੂੰ ਲੈ ਲਈ, ਆਰਾਮ ਨਾਲ ਖਾ ਪੀ ਕੇ ਆਈ, ਕੋਈ ਜਲਦੀ ਨਹੀਂ। ਮੈਂ ਕਿਹਾ, ਹਾਂ ਹਾਂ ਚਾਚਾ ਜੀ ਮੈਂ ਜ਼ਰੂਰ ਖਾ ਕੇ ਆਵਾਂਗਾ। ਚਾਚਾ ਜੀ ਨੇ ਕਿਹਾ, ਮੈਂ ਥੋੜੀ ਦੇਰ ਆਰਾਮ ਕਰਨਾ, ਉਸ ਤੋਂ ਬਾਅਦ ਚਾਹ ਪੀਵਾਂਗਾ, ਤੂੰ ਆਰਾਮ ਨਾਲ ਵਾਪਸ ਆਈ, ਫਿਰ ਆਪਾਂ ਇਕੱਠੇ ਬੈਠ ਕੇ ਚਾਹ ਪੀਵਾਂਗੇ। ਮੈਂ ਖੁਸ਼ ਹੋ ਗਿਆ। ਮੇਰੇ ਹੱਥ 'ਚ ਪੈਸੇ ਆ ਗਏ, ਪਰ ਇਸ ਵਾਰ ਜਦੋਂ ਮੈਂ ਘਰ ਵਾਪਸ ਆਇਆ ਤਾਂ ਚਾਚਾ ਜੀ ਮੇਰੇ ਆਉਣ ਤੋਂ ਪਹਿਲਾਂ ਹੀ ਵਾਪਸ ਜਾ ਚੁੱਕੇ ਸੀ।
ਮੈਂ ਮਾਂ ਨੂੰ ਚਾਚਾ ਜੀ ਬਾਰੇ ਪੁੱਛਿਆ, ਪਰ ਉਹਨਾਂ ਨੇ ਮੈਨੂੰ ਕੁਝ ਨਾ ਕਿਹਾ। ਉਹ ਵਾਸ਼ਰੂਮ ਚਲੀ ਗਈ, ਰੋਣ ਲੱਗ ਗਈ। ਰਾਤ ਹੋਈ ਤਾਂ ਮਾਂ ਨੂੰ ਬਹੁਤ ਤੇਜ਼ ਬੁਖਾਰ ਹੋ ਗਿਆ। ਜਦੋਂ ਮੈਂ ਡਾਕਟਰ ਨੂੰ ਬੁਲਾ ਕੇ ਲਿਆਇਆ ਤਾਂ ਡਾਕਟਰ ਨੇ ਕਿਹਾ, ਇਹਨਾਂ ਨੇ ਕੋਈ ਬਹੁਤ ਮਿਹਨਤ ਵਾਲਾ ਕੰਮ ਕੀਤਾ ਆ, ਥਕਾਵਟ ਦੀ ਵਜ੍ਹਾ ਕਰਕੇ ਬੁਖਾਰ ਹੋਇਆ ਆ। ਮੈਂ ਕਿਹਾ ਸ਼ਾਇਦ ਮਾਂ ਨੇ ਕੱਪੜੇ ਧੋਤੇ ਆ, ਇਸ ਲਈ ਬਿਮਾਰ ਹੋ ਗਈ। ਪਰ ਅੱਜ ਮਾਂ ਨੇ ਕੋਈ ਵੀ ਜ਼ਿਆਦਾ ਮਿਹਨਤ ਵਾਲਾ ਕੰਮ ਨਹੀਂ ਕੀਤਾ ਸੀ। ਡਾਕਟਰ ਨੇ ਕਿਹਾ, ਤੁਸੀਂ ਆਪਣੀ ਮਾਂ ਨੂੰ ਆਰਾਮ ਕਰਾਓ, ਉਹਨਾਂ ਦੀ ਉਮਰ ਵੱਧ ਗਈ ਆ, ਜ਼ਿਆਦਾ ਕੰਮ ਨਾ ਕਰਵਾਇਆ ਕਰੋ। ਥੋੜੀ ਥਕਾਵਟ ਆ, ਆਰਾਮ ਕਰੇਗੀ ਤਾਂ ਠੀਕ ਹੋ ਜਾਵੇਗੀ। ਡਾਕਟਰ ਨੇ ਮਾਂ ਨੂੰ ਪੁੱਛਿਆ ਕਿ ਤੁਸੀਂ ਅੱਜ ਕੀ ਖਾਧਾ ਸੀ ਤੇ ਤੁਹਾਨੂੰ ਕੀ ਤਕਲੀਫ ਆ। ਮਾਂ ਡਾਕਟਰ ਨੂੰ ਵੀ ਕੋਈ ਜਵਾਬ ਨਹੀਂ ਦੇ ਰਹੀ ਸੀ। ਉਹ ਇਦਾਂ ਅੱਖਾਂ ਕੱਢ ਕੇ ਦੇਖ ਰਹੀ ਸੀ। ਮਾਂ ਦੀਆਂ ਅੱਖਾਂ 'ਚ ਇੱਕ ਅਜੀਬ ਜਿਹੀ ਨਫ਼ਰਤ ਮਹਿਸੂਸ ਹੋ ਰਹੀ ਸੀ। ਮੈਂ ਕਿਹਾ, ਮਾਂ, ਜੇ ਤੁਹਾਡੀ ਤਬੀਅਤ ਜ਼ਿਆਦਾ ਖਰਾਬ ਆ ਤਾਂ ਚਾਚਾ ਜੀ ਨੂੰ ਬੁਲਾ ਲੈਣਾ, ਤੁਹਾਨੂੰ ਵੱਡੇ ਹਸਪੀਟਲ ਲੈ ਚੱਲਦੇ ਹਾਂ। ਮਾਂ ਗੁੱਸੇ 'ਚ ਬੋਲੀ, ਤੂੰ ਕਿਉਂ ਵਾਰ-ਵਾਰ ਉਸ ਨੂੰ ਫੋਨ ਕਰਦਾ? ਉਹ ਤੇਰਾ ਪਿਓ ਆ? ਤੇਰਾ ਪਿਓ ਮਰ ਗਿਆ। ਮਾਂ ਨੇ ਇਹ ਵੀ ਨਹੀਂ ਸੋਚਿਆ ਕਿ ਡਾਕਟਰ ਕੋਲ ਬੈਠਾ ਡਾਕਟਰ ਦੇ ਸਾਹਮਣੇ ਹੀ ਮੈਨੂੰ ਝਿੜਕ ਦਿੱਤਾ, ਪਰ ਮੈਂ ਚੁੱਪ ਹੋ ਗਿਆ। ਡਾਕਟਰ ਵਾਪਸ ਚਲਿਆ ਗਿਆ। ਮਾਂ 1-2 ਘੰਟਿਆਂ ਤੱਕ ਬਿਲਕੁਲ ਠੀਕ ਹੋ ਗਈ। ਫਿਰ ਮੈਂ ਮਾਂ ਨੂੰ ਉਸਦੇ ਕਮਰੇ 'ਚ ਛੱਡ ਦਿੱਤਾ। ਪਹਿਲਾਂ ਉਹ ਮੇਰੇ ਕਮਰੇ 'ਚ ਬੈਠੀ ਸੀ। ਮੈਂ ਮਾਂ ਨੂੰ ਕਿਹਾ, ਤੁਸੀਂ ਇੱਥੇ ਬੈਠੋ, ਮੈਂ ਤੁਹਾਡੇ ਲਈ ਕੁਝ ਬਣਾ ਕੇ ਲਿਆਉਣਾ। ਪਰ ਮੈਂ ਜਦੋਂ ਮਾਂ ਨੂੰ ਉਸਦੇ ਕਮਰੇ ਛੱਡਣ ਗਿਆ ਤਾਂ ਕਮਰੇ ਦਾ ਅੰਦਰ ਦਾ ਦ੍ਰਿਸ਼ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਬੈੱਡ ਦੀ ਚਾਦਰ ਇਸ ਤਰ੍ਹਾਂ ਇਕੱਠੀ ਹੋਈ ਪਈ ਸੀ ਜਿਵੇਂ ਕਿਸੇ ਨੇ ਛਾਲਾਂ ਮਾਰੀਆਂ ਹੋਣ। ਕੀ ਮੇਰੇ ਪਿੱਛੋਂ ਘਰ 'ਚ ਕੋਈ ਬੱਚਾ ਆਇਆ ਸੀ? ਪਰ ਮੈਂ ਚਾਦਰ ਦੇ ਵਲਾਂ 'ਚ ਕੁਝ ਹੋਰ ਹੀ ਪਿਆ ਦੇਖਿਆ ਸੀ, ਜਿਸ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਿਆ। ਇਹ ਤਾਂ ਮੇਰੇ ਚਾਚਾ ਜੀ ਦੀ ਘੜੀ ਸੀ। ਇਹ ਘੜੀ ਇੱਥੇ ਕਿਵੇਂ ਆਈ, ਉਹ ਵੀ ਮਾਂ ਦੇ ਬੈੱਡ 'ਤੇ? ਫਿਰ ਮੈਂ ਘੜੀ ਚੁੱਕੀ ਤੇ ਮਾਂ ਨੂੰ ਦਿਖਾਉਣ ਲੱਗ ਗਿਆ। ਮੈਂ ਕਿਹਾ, ਮਾਂ, ਇਹ ਚਾਚਾ ਜੀ ਦੀ ਘੜੀ ਤੁਹਾਡੇ ਬੈੱਡ 'ਤੇ ਪਈ ਸੀ, ਇਹ ਇੱਥੇ ਕਿਵੇਂ ਆਈ? ਮਾਂ ਘੜੀ ਨੂੰ ਦੇਖ ਕੇ ਘਬਰਾ ਗਈ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ ਪਹਾੜ ਟੁੱਟ ਗਿਆ ਹੋਵੇ। ਮਾਂ ਨੇ ਕਿਹਾ, ਮੈਨੂੰ ਨਹੀਂ ਪਤਾ ਇਹ ਕਿਵੇਂ ਆਈ, ਤੇ ਤੂੰ ਕਮਰੇ ਵਿੱਚ ਪੈਸੇ ਲੈਣ ਗਿਆ ਸੀ, ਤੇਰਾ ਚਾਚਾ ਸਰਾਣੇ ਦੇ ਥੱਲੇ ਪੈਸੇ ਰੱਖ ਕੇ ਗਿਆ। ਮੈਂ ਕਿਹਾ, ਨਹੀਂ ਮਾਂ, ਮੈਂ ਤਾਂ ਤੁਹਾਡੇ ਲਈ ਸਰਾਣਾ ਲੈਣ ਗਿਆ ਸੀ। ਮੈਨੂੰ ਪੈਸਿਆਂ ਨਾਲ ਕੀ ਮਤਲਬ? ਜੇ ਚਾਚਾ ਜੀ ਪੈਸੇ ਦਿੱਤੇ ਆ ਤਾਂ ਖਰਚ ਹੀ ਹੋ ਜਾਣੇ ਆ, ਇਹ ਕਿਹੜਾ ਟਿਕੇ ਰਹਿਣੇ ਆ। ਪਰ ਮੈਂ ਤਾਂ ਇਹ ਸੋਚ ਰਿਹਾ ਕਿ ਘੜੀ ਇੱਥੇ ਕਿਵੇਂ ਆਈ। ਮਾਂ ਨੇ ਕਿਹਾ, ਹੱਥ ਵਿੱਚੋਂ ਲੱਥ ਕੇ ਡਿੱਗ ਪਈ ਹੋਵੇਗੀ। ਫਿਰ ਮੈਂ ਘੜੀ ਨੂੰ ਇੱਕ ਸਾਈਡ 'ਤੇ ਰੱਖ ਦਿੱਤਾ ਤੇ ਸੋਚਿਆ, ਜਦੋਂ ਚਾਚਾ ਜੀ ਵਾਪਸ ਆਉਣਗੇ ਤਾਂ ਮੈਂ ਉਹਨਾਂ ਨੂੰ ਘੜੀ ਦੇ ਦੇਵਾਂਗਾ। ਇੱਕ ਦਿਨ ਇਹ ਗੱਲ ਮੈਂ ਆਪਣੇ ਦੋਸਤ ਨੂੰ ਦੱਸੀ, ਕਿਉਂਕਿ ਉਸ ਦੇ ਪਾਪਾ ਵੀ ਇਸ ਦੁਨੀਆ ਵਿੱਚ ਨਹੀਂ ਸੀ। ਸਾਡੀ ਦੋਹਾਂ ਦੀ ਆਪਸ 'ਚ ਬਹੁਤ ਗੂੜੀ ਦੋਸਤੀ ਸੀ। ਉਸਨੇ ਕਿਹਾ ਕਿ ਤੇਰੀ ਮਾਂ ਨੂੰ ਤਾਂ ਖੁਸ਼ ਹੋਣਾ ਚਾਹੀਦਾ ਕਿ ਤੁਹਾਡੇ ਪਾਪਾ ਦੇ ਰਿਸ਼ਤੇਦਾਰ ਤੁਹਾਡੀ ਮਦਦ ਕਰ ਰਹੇ ਆ, ਹਰ ਹਫ਼ਤੇ ਤੁਹਾਨੂੰ ਪੈਸੇ ਦੇ ਕੇ ਜਾਂਦੇ ਆ ਤੇ ਤੁਹਾਨੂੰ ਮਿਲਣ ਆਉਂਦੇ ਆ। ਪਰ ਮੇਰੇ ਪਾਪਾ ਦਾ ਤਾਂ ਕੋਈ ਵੀ ਰਿਸ਼ਤੇਦਾਰ ਨਹੀਂ ਆਉਂਦਾ। ਮਾਂ ਹਮੇਸ਼ਾ ਰੋਂਦੀ ਰਹਿੰਦੀ ਆ, ਕਹਿੰਦੀ ਆ ਕਿ ਤੇਰੇ ਪਾਪਾ ਮਰ ਗਏ ਆ, ਨਾਲ ਹੀ ਸਾਰੇ ਰਿਸ਼ਤੇਦਾਰਾਂ ਨੇ ਸਾਨੂੰ ਭੁਲਾ ਦਿੱਤਾ, ਆਪਣੇ ਕੋਲ ਕੋਈ ਵੀ ਨਹੀਂ ਆਉਂਦਾ, ਬਸ ਮੇਰੇ ਨਾਨਾ ਨਾਨੀ ਆ, ਉਹ ਸਾਡਾ ਖਿਆਲ ਰੱਖਦੇ ਆ। ਜੇ ਉਹ ਨਾ ਹੁੰਦੇ ਤਾਂ ਸਾਡਾ ਕੀ ਹੁੰਦਾ ਯਾਰ। ਜਿਹੜੇ ਪਾਪਾ ਦੇ ਪਰਿਵਾਰ ਵਿੱਚੋਂ ਹੁੰਦੇ ਆ ਨਾ, ਉਹਨਾਂ ਦਾ ਬਹੁਤ ਫਾਇਦਾ ਹੁੰਦਾ। ਉਹ ਆਪਣੇ ਰਿਸ਼ਤੇਦਾਰ ਹੁੰਦੇ ਆ, ਉਹਨਾਂ ਨਾਲ ਆਪਣਾ ਖੂਨ ਦਾ ਰਿਸ਼ਤਾ ਹੁੰਦਾ। ਪਰ ਤੇਰੀ ਮਾਂ ਨੂੰ ਅਜੇ ਵੀ ਉਹਨਾਂ ਨਾਲ ਨਫ਼ਰਤ ਆ, ਇਸ ਲਈ ਉਹ ਪਰੇਸ਼ਾਨ ਰਹਿੰਦੀ ਆ। ਪਰ ਤੂੰ ਪਰੇਸ਼ਾਨ ਨਾ ਹੋਇਆ ਕਰ, ਤੂੰ ਸ਼ੁਕਰ ਕਰਿਆ ਕਰ ਕਿ ਤੂੰ ਆਪਣੀ ਮਿਹਨਤ ਮਜ਼ਦੂਰੀ ਕਰਕੇ ਇੰਨੇ ਪੈਸੇ ਕਮਾ ਕੇ ਆਪਣੇ ਘਰ ਦਾ ਰਾਸ਼ਨ ਲਿਆ ਸਕਦਾ। ਮੈਂ ਉਸ ਦਿਨ ਵੀ ਰਾਸ਼ਨ ਲੈਣ ਗਿਆ ਸੀ ਤੇ ਉੱਥੇ ਮੇਰਾ ਦੋਸਤ ਮਿਲ ਗਿਆ ਤੇ ਮੈਂ ਉਸ ਕੋਲ ਗੱਲਾਂ ਕਰਨ ਦੇ ਲਈ ਖੜ ਗਿਆ। ਮੈਂ ਉਸ ਲਈ ਵੀ 2-3 ਚੀਜ਼ਾਂ ਦੁਕਾਨਦਾਰ ਤੋਂ ਕਢਵਾ ਦਿੱਤੀਆਂ, ਪਰ ਉਸਨੇ ਕਿਹਾ, ਨਹੀਂ, ਮੈਂ ਇਹ ਨਹੀਂ ਲੈ ਸਕਦਾ। ਮੈਂ ਕਿਹਾ, ਲੈ ਲਾ, ਕੋਈ ਗੱਲ ਨਹੀਂ, ਇਹ ਚੀਜ਼ਾਂ ਜ਼ਰੂਰੀ ਆ। ਮੇਰੇ ਘਰ ਤਾਂ ਜੇ ਪਹਿਲਾਂ ਵਾਲੇ ਰਾਸ਼ਨ 'ਚੋਂ ਇਹ ਚੀਜ਼ਾਂ ਬਚੀਆਂ ਪਈਆਂ, ਇਸ ਲਈ ਤੂੰ ਇਹ ਆਪਣੇ ਘਰ ਲੈ ਜਾ। ਫਿਰ ਉਹ ਵੀ ਖੁਸ਼ ਹੋ ਗਿਆ। ਉਸਨੇ ਮੈਨੂੰ ਕਿਹਾ,
ਜਦੋਂ ਤੇਰੀ ਮਾਂ ਤੈਨੂੰ ਕੁਝ ਕਹੇ, ਗੁੱਸਾ ਕਰੇ, ਤੂੰ ਸਭ ਕੁਝ ਚੁੱਪਚਾਪ ਸੁਣ ਲਿਆ ਕਰ। ਇੱਕ ਕੰਨ ਵਿੱਚੋਂ ਸੁਣ ਲਿਆ ਕਰ ਤੇ ਦੂਜੇ ਕੰਨ ਚੋਂ ਕੱਢ ਦਿਆ ਕਰ। ਤੂੰ ਗੁੱਸਾ ਨਾ ਕਰਿਆ ਕਰ। ਇੰਨਾ ਰਾਸ਼ਨ ਲੈਣ ਦੇ ਲਈ ਤੂੰ ਮਿਹਨਤ ਕਰ ਕਰਕੇ ਆਪਣਾ ਸਤਿਆਨਾਸ਼ ਕਰ ਲਵੇਂਗਾ, ਪਰ ਫਿਰ ਵੀ ਤੇਰੇ ਕੋਲ ਕੁਝ ਨਹੀਂ ਬਚੂਗਾ। ਤੂੰ ਖੁਸ਼ ਹੋ ਕੇ ਬੈਠੇ ਬਿਠਾਏ ਤੇਰਾ ਸਾਰਾ ਕੰਮ ਹੋ ਰਿਹਾ। ਮੈਂ ਕਿਹਾ, ਹਾਂ ਯਾਰ, ਤੂੰ ਬਿਲਕੁਲ ਸਹੀ ਕਹਿ ਰਿਹਾ। ਮੇਰੇ ਚਾਚਾ ਜੀ ਪੂਰੇ ਖਾਨਦਾਨ ਵਿੱਚ ਮਸ਼ਹੂਰ ਸੀ ਕਿ ਉਹ ਆਦਮੀ ਲਾਪਰਵਾਹ। ਉਸ ਕੋਲ ਹਰ ਸਮੇਂ ਬਹੁਤ ਪੈਸਾ ਰਿਹਾ, ਕਦੇ ਵੀ ਪੈਸੇ ਦੀ ਕਮੀ ਨਹੀਂ ਰਹੀ। ਉਸਨੇ ਆਪਣੇ ਪੈਸੇ ਨਾਲ ਖੂਬ ਐਸ਼ ਕੀਤੀ ਆ। ਪਰ ਜਦੋਂ ਚਾਚਾ ਜੀ ਬਾਹਰ ਚਲੇ ਗਏ ਤਾਂ ਬਦਲੇ ਹੋਏ ਇਨਸਾਨ ਬਣ ਕੇ ਵਾਪਸ ਆਏ ਸੀ। ਸਾਰੇ ਕਹਿ ਰਹੇ ਸੀ ਕਿ ਤੇਰਾ ਚਾਚਾ ਪਹਿਲਾਂ ਵਾਲਾ ਨਹੀਂ ਰਿਹਾ, ਉਹ ਬਹੁਤ ਵਧੀਆ ਇਨਸਾਨ ਬਣ ਗਿਆ। ਉਸਨੇ ਉੱਥੇ ਜਾ ਕੇ ਬਹੁਤ ਮਿਹਨਤ ਮਜ਼ਦੂਰੀ ਕੀਤੀ ਆ। ਰੱਬ ਨੇ ਵੀ ਉਸ ਨੂੰ ਅਕਲ ਦੇ ਦਿੱਤੀ। ਪਰ ਮੇਰੇ ਪਾਪਾ ਕਹਿੰਦੇ ਸੀ ਕਿ ਬੁਰੇ ਲੋਕਾਂ ਨੂੰ ਕਦੇ ਵੀ ਅਕਲ ਨਹੀਂ ਆਉਂਦੀ, ਉਹ ਲੋਕ ਸਿਰਫ ਨਾਟਕ ਕਰਦੇ ਆ। ਸਾਨੂੰ ਅਕਲ ਮਿਲ ਗਈ, ਪਰ ਅੰਦਰੋਂ ਬਿਲਕੁਲ ਉਹੋ ਜਿਹੇ ਰਹਿੰਦੇ ਆ ਜਿਹੋ ਜਿਹੇ ਪਹਿਲਾਂ ਸੀ। ਅਗਲੇ ਦਿਨ ਸਵੇਰ ਹੋਈ ਤਾਂ ਮਾਂ ਦੀ ਤਬੀਅਤ ਬਿਲਕੁਲ ਠੀਕ ਸੀ। ਅਸੀਂ ਬੈਠੇ ਖਾਣਾ ਖਾ ਰਹੇ ਸੀ। ਮੈਂ ਕਿਹਾ, ਸ਼ੁਕਰ ਆ ਪਾਪਾ ਆਪਣੇ ਲਈ ਇਹ ਘਰ ਛੱਡ ਗਏ। ਮਾਂ ਨੇ ਕਿਹਾ, ਕੀ ਫਾਇਦਾ ਅਜਿਹੇ ਘਰ ਦਾ, ਇਸ ਨਾਲੋਂ ਚੰਗਾ ਸਾਨੂੰ ਬੇਘਰ ਹੀ ਕਰ ਦਿੰਦੇ। ਮਾਂ ਨੇ ਆਪਣਾ ਖਾਣਾ ਛੱਡ ਦਿੱਤਾ ਤੇ ਉੱਠ ਕੇ ਖੜੀ ਹੋ ਗਈ। ਮੈਂ ਕਿਹਾ, ਮਾਂ ਕੀ ਗੱਲ, ਮੈਨੂੰ ਦੱਸੋ ਤਾਂ ਸਹੀ, ਕੋਈ ਪਰੇਸ਼ਾਨੀ ਆ ਤੁਹਾਨੂੰ? ਕਿਸੇ ਨੇ ਕੁਝ ਕਿਹਾ ਜਾਂ ਤੁਹਾਨੂੰ ਕਿਸੇ ਦੀ ਕੋਈ ਗੱਲ ਬੁਰੀ ਲੱਗ ਗਈ? ਇੱਕ ਵਾਰੀ ਤਾਂ ਮਾਂ ਦਾ ਚਿਹਰਾ ਦੇਖ ਕੇ ਇਸ ਤਰ੍ਹਾਂ ਲੱਗਿਆ ਕਿ ਮਾਂ ਮੈਨੂੰ ਸਭ ਕੁਝ ਦੱਸ ਦੇਵੇਗੀ, ਪਰ ਫਿਰ ਮਾਂ ਮੇਰੇ ਵੱਲ ਵੇਖ ਕੇ ਡਰ ਗਈ ਤੇ ਕਹਿਣ ਲੱਗੀ, ਨਹੀਂ, ਕੋਈ ਵੀ ਗੱਲ ਨਹੀਂ, ਬਸ ਤੂੰ ਆਪਣਾ ਕੰਮ ਕਰਿਆ ਕਰ, ਆਪਣੇ ਆਪ ਨਾਲ ਜ਼ਿਆਦਾ ਧੱਕਾ ਨਾ ਕਰਿਆ ਕਰ। ਮੈਂ ਚਾਹੁੰਦੀ ਹਾਂ ਤੂੰ ਖੁਸ਼ ਰਵੇਂ। ਮੈਂ ਕਿਹਾ, ਮਾਂ ਮੈਂ ਤਾਂ ਬਹੁਤ ਖੁਸ਼ ਹਾਂ। ਮੇਰੀ ਇਸੇ ਵਿੱਚ ਹੀ ਖੁਸ਼ੀ ਆ ਕਿ ਮੈਂ ਤੁਹਾਡਾ ਖਿਆਲ ਰੱਖਾਂ ਤੇ ਇਸ ਘਰ ਨੂੰ ਚਲਾ ਸਕਾਂ। ਇਸ ਤੋਂ ਇਲਾਵਾ ਮੇਰੀ ਖੁਸ਼ੀ ਹੋਰ ਕੀ ਹੋ ਸਕਦੀ ਆ? ਮਾਂ ਨੇ ਕਿਹਾ, ਤੇਰੀ ਸਾਰੀ ਜ਼ਿੰਦਗੀ ਪਈ ਆ, ਮੇਰਾ ਕੀ ਆ? ਮੈਂ ਕਿਹਾ, ਨਹੀਂ ਮਾਂ, ਤੁਹਾਡੀ ਵੀ ਸਾਰੀ ਜ਼ਿੰਦਗੀ ਪਈ ਆ। ਤੁਸੀਂ 16 ਸਾਲਾਂ ਦੇ ਸੀ ਜਦੋਂ ਤੁਹਾਡਾ ਵਿਆਹ ਕਰ ਦਿੱਤਾ ਗਿਆ। ਅਜੇ ਤੁਹਾਡੀ ਉਮਰ 34 ਸਾਲਾਂ ਦੀ ਹੋਈ ਆ। ਤੁਹਾਨੂੰ ਕੋਈ ਫਿਕਰ ਕਰਨ ਦੀ ਜ਼ਰੂਰਤ ਨਹੀਂ। ਮੈਂ ਹਾਂ ਤੁਹਾਡੇ ਨਾਲ, ਸਭ ਕੁਝ ਠੀਕ ਹੋ ਜਾਵੇਗਾ। ਮਾਂ ਨੇ ਮੇਰੇ ਸਿਰ ਉੱਤੇ ਹੱਥ ਰੱਖ ਕੇ ਕਿਹਾ, ਠੀਕ ਤਾਂ ਸਭ ਕੁਝ ਫੇਰ ਹੋਵੇਗਾ ਪੁੱਤ, ਜੇ ਕੁਝ ਬਚੇਗਾ, ਪਰ ਜੇ ਕੁਝ ਰਿਹਾ ਹੀ ਨਾ ਤਾਂ ਠੀਕ ਕੀ ਹੋਵੇਗਾ? ਸ਼ਾਇਦ ਮਾਂ ਨੇ ਇਹ ਗੱਲ ਤਾਂ ਕਹੀ ਸੀ ਕਿ ਪਾਪਾ ਇਸ ਦੁਨੀਆ ਵਿੱਚ ਨਹੀਂ ਸੀ, ਪਰ ਮਰਨ ਵਾਲੇ ਸਾਨੂੰ ਜਿਉਂਦਾ ਛੱਡ ਕੇ ਜਾਂਦੇ ਆ, ਆਪਣੇ ਨਾਲ ਤਾਂ ਨਹੀਂ ਲੈ ਕੇ ਜਾਂਦੇ। ਇਹ ਚੰਗਾ ਹੋਣਾ ਸੀ ਜੇ ਉਹ ਸਾਨੂੰ ਆਪਣੇ ਨਾਲ ਲੈ ਜਾਂਦੇ, ਪਰ ਅਜਿਹਾ ਨਹੀਂ ਹੋ ਸਕਦਾ। ਜਾਣ ਵਾਲਾ ਚਲਿਆ ਜਾਂਦਾ ਤੇ ਸਾਨੂੰ ਪਿੱਛੇ ਜਿਉਂਦੇ ਰਹਿਣਾ ਪੈਂਦਾ ਤੇ ਆਪਣੀ ਜ਼ਿੰਦਗੀ ਗੁਜ਼ਾਰਨੀ ਪੈਂਦੀ ਆ। ਚਾਚਾ ਜੀ ਜਦੋਂ ਵੀ ਸਾਡੇ ਘਰ ਆਉਂਦੇ ਤਾਂ ਮੈਨੂੰ ਦੁਕਾਨ ਤੇ ਭੇਜ ਦਿੰਦੇ। ਇਸ ਵਾਰ ਮੈਂ ਉਹਨਾਂ ਨਾਲ ਜ਼ਰੂਰੀ ਗੱਲ ਕਰਨੀ ਸੀ। ਮੈਂ ਉਹਨਾਂ ਨੂੰ ਕਹਿਣਾ ਸੀ ਜਿੱਥੇ ਉਹ ਕੰਮ ਕਰਦੇ ਆ ਉੱਥੇ ਮੇਰੇ ਲਈ ਵੀ ਨੌਕਰੀ ਦੀ ਗੱਲ ਕਰਨ, ਕਿਉਂਕਿ ਮੈਂ ਮਜ਼ਦੂਰੀ ਕਰ ਕਰਕੇ ਥੱਕ ਗਿਆ ਸੀ। ਪਰ ਚਾਚਾ ਜੀ ਸਾਡੇ ਘਰ ਆਉਂਦੇ ਸੀ, ਮੈਨੂੰ ਘਰੋਂ ਬਾਹਰ ਭੇਜ ਦਿੰਦੇ ਸੀ। ਜਦੋਂ ਚਾਚਾ ਜੀ ਘਰ ਚੋਂ ਵਾਪਸ ਜਾਂਦੇ ਤਾਂ ਮਾਂ ਹਮੇਸ਼ਾ ਰੋਣ ਲੱਗ ਜਾਂਦੀ। ਇੱਕ ਵਾਰ ਚਾਚਾ ਜੀ ਮੈਨੂੰ ਘਰ ਤੋਂ ਬਾਹਰ ਮਿਲ ਗਏ। ਫਿਰ ਮੈਂ ਉਹਨਾਂ ਨਾਲ ਇਸ ਮਾਮਲੇ ਤੇ ਗੱਲ ਕੀਤੀ। ਮੈਂ ਕਿਹਾ, ਤੁਸੀਂ ਘਰ ਆ ਕੇ ਜਾਂਦੇ ਹੋ ਤਾਂ ਮਾਂ ਬਹੁਤ ਹੀ ਰੋਂਦੀ ਆ, ਪਤਾ ਨਹੀਂ ਕੀ ਗੱਲ ਆ, ਉਸ ਦਾ ਮੂਡ ਬਹੁਤ ਖਰਾਬ ਹੋ ਜਾਂਦਾ। ਚਾਚਾ ਜੀ ਨੇ ਕਿਹਾ, ਤੇਰੇ ਪਾਪਾ ਦੀ ਕੋਈ ਨਾ ਕੋਈ ਗੱਲ ਕਰ ਲਈਦੀ ਆ ਤਾਂ ਉਸ ਨੂੰ ਤੇਰੇ ਪਾਪਾ ਦੀ ਯਾਦ ਆ ਜਾਂਦੀ ਆ, ਇਸ ਲਈ ਉਸ ਦਾ ਮੂਡ ਖਰਾਬ ਹੋ ਜਾਂਦਾ। ਮੈਨੂੰ ਚਾਚਾ ਜੀ ਦਾ ਇਹ ਜਵਾਬ ਬਿਲਕੁਲ ਸਹੀ ਲੱਗਿਆ ਸੀ, ਕਿਉਂਕਿ ਜਦੋਂ ਵੀ ਕਦੇ ਮੈਂ ਅਤੇ ਮਾਂ ਆਪਸ 'ਚ ਪਾਪਾ ਦੀਆਂ ਗੱਲਾਂ ਕਰਦੇ, ਜਦੋਂ ਵੀ ਪਾਪਾ ਦਾ ਜ਼ਿਕਰ ਆਉਂਦਾ ਤਾਂ ਮਾਂ ਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਸੀ, ਉਹ ਰੋਣ ਲੱਗ ਜਾਂਦੀ ਸੀ। ਪਰ ਮਾਂ ਦੇ ਦਿਲ ਵਿੱਚ ਚਾਚਾ ਜੀ ਲਈ ਨਫ਼ਰਤ ਦਿਨੋਂ ਦਿਨ ਵੱਧ ਗਈ ਸੀ। ਹੁਣ ਤਾਂ ਹਾਲਾਤ ਅਜਿਹੇ ਹੋ ਗਏ ਕਿ ਜੇ ਘਰ ਵਿੱਚ ਕਿਸੇ ਕੁੱਤੇ ਨੂੰ ਲੈ ਆਓ ਤਾਂ ਮਾਂ ਨੂੰ ਇੰਨਾ ਗੁੱਸਾ ਨਹੀਂ ਆਉਂਦਾ ਸੀ, ਪਰ ਜਦੋਂ ਚਾਚਾ ਜੀ ਦਾ ਜ਼ਿਕਰ ਹੁੰਦਾ ਸੀ ਤਾਂ ਮਾਂ ਅੱਗ ਬਬੂਲਾ ਹੋ ਜਾਂਦੀ ਸੀ। ਕੋਈ ਨਾ ਕੋਈ ਗੜਬੜ ਤਾਂ ਜ਼ਰੂਰ ਸੀ।
ਚਾਚਾ ਜੀ ਜਦੋਂ ਵੀ ਘਰ ਆਉਂਦੇ ਹਮੇਸ਼ਾ ਇਹੀ ਕਹਿੰਦੇ ਕਿ ਆਪਾਂ ਬੈਠ ਕੇ ਗੱਲਾਂ ਕਰਾਂਗੇ, ਚਾਹ ਪੀਵਾਂਗੇ, ਪਰ ਮੇਰੇ ਵਾਪਸ ਆਉਣ ਤੋਂ ਪਹਿਲਾਂ ਹੀ ਸਾਡੇ ਘਰ ਚੋਂ ਚਲੇ ਜਾਂਦੇ। ਮੇਰੇ ਦਿਮਾਗ 'ਚ ਬਹੁਤ ਸਾਰੇ ਸਵਾਲ ਚੱਲ ਰਹੇ ਸੀ। ਇੱਕ ਤਾਂ ਮੈਨੂੰ ਚਾਚਾ ਜੀ ਦੀ ਘੜੀ ਮੰਮੀ ਦੇ ਕਮਰੇ 'ਚੋਂ ਮਿਲੀ, ਦੂਜਾ ਇਹ ਕਿ ਚਾਚਾ ਜੀ ਸਾਨੂੰ ਤਾਂ ਖਰਚੇ ਦੇ ਪੈਸੇ ਦੇ ਜਾਂਦੇ ਸੀ, ਪਰ ਮੈਨੂੰ ਪਤਾ ਲੱਗਿਆ ਕਿ ਆਪਣੀ ਪਤਨੀ ਨੂੰ ਪੈਸੇ ਨਹੀਂ ਦਿੰਦੇ। ਸੋਚਣ ਵਾਲੀ ਗੱਲ ਇਹ ਸੀ ਕਿ ਜੋ ਆਦਮੀ ਆਪਣੀ ਪਤਨੀ ਨੂੰ ਖਰਚਾ ਨਹੀਂ ਦਿੰਦਾ, ਉਹ ਕਿਸੇ ਹੋਰ ਦੀ ਵਿਧਵਾ ਨੂੰ ਇੰਨੇ ਪੈਸੇ ਕਿਉਂ ਦੇ ਰਿਹਾ। ਕਹਿੰਦੇ ਆ ਕਿ ਮੁਫਤ ਵਿੱਚ ਕੋਈ ਵੀ ਕਿਸੇ ਨੂੰ 1 ਰੁਪਈਆ ਨਹੀਂ ਦਿੰਦਾ, ਉਹ ਚਾਹੇ ਕੋਈ ਆਪਣਾ ਹੋਵੇ ਜਾਂ ਪਰਾਇਆ। ਗੜਬੜ ਲੱਗ ਰਹੀ ਸੀ। ਮੇਰੇ ਦਿਮਾਗ 'ਚ ਇੱਕ ਗੱਲ ਆਈ। ਮੇਰਾ ਛੋਟਾ ਜਿਹਾ ਸ਼ੱਕ ਸੀ। ਮੈਂ ਜਾਣਦਾ ਸੀ ਕਿ ਇਸ ਦਾ ਨਤੀਜਾ ਕੁਝ ਨਹੀਂ ਨਿਕਲੇਗਾ, ਬਸ ਮੈਂ ਆਪਣੇ ਮਨ ਦਾ ਸ਼ੱਕ ਦੂਰ ਕਰਨਾ ਚਾਹੁੰਦਾ ਸੀ। ਚਾਚਾ ਜੀ ਸਾਡੇ ਘਰ ਆਏ ਤੇ ਮੈਨੂੰ 10 ਰੁਪਏ ਦਿੱਤੇ ਤੇ ਕਿਹਾ, ਜਾ ਆਪਣੇ ਕੁਝ ਲਈ ਖਾਣ ਨੂੰ ਲੈ ਆ। ਮੇਰੇ ਮਾਂ ਆਪਣੇ ਕਮਰੇ 'ਚ ਬੈਠੀ ਸੀ। ਮੈਂ ਆਪਣੇ ਘਰ ਦੇ ਦਰਵਾਜ਼ੇ ਤੋਂ ਬਾਹਰ ਤਾਂ ਨਿਕਲ ਗਿਆ, ਪਰ ਗੁਆਂਢੀਆਂ ਦੇ ਘਰ ਚਲਾ ਗਿਆ। ਉਹਨਾਂ ਦਾ ਮੁੰਡਾ ਮੇਰਾ ਦੋਸਤ ਸੀ। ਮੈਂ ਉਸਨੂੰ ਕਿਹਾ, ਮੈਂ ਛੱਤ ਉੱਪਰ ਜਾਣਾ। ਉਸਨੇ ਕਿਹਾ, ਕੋਈ ਗੱਲ ਨਹੀਂ, ਚਲਿਆ ਜਾ। ਕੀ ਹੋਇਆ, ਸਭ ਠੀਕ ਤਾਂ ਹੈ? ਮੈਂ ਕਿਹਾ, ਹਾਂ ਸਭ ਕੁਝ ਠੀਕ ਆ, ਪਰ ਮੈਂ ਗਲਤੀ ਨਾਲ ਦਰਵਾਜ਼ਾ ਲੌਕ ਕਰ ਦਿੱਤਾ ਸੀ, ਇਸ ਲਈ ਮੈਨੂੰ ਛੱਤ ਉੱਪਰ ਦੀ ਜਾਣਾ ਪਵੇਗਾ। ਮੇਰੇ ਦਿਮਾਗ ਵਿੱਚ ਅਜੀਬ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਸੀ। ਮੈਨੂੰ ਲੱਗ ਰਿਹਾ ਸੀ ਕਿ ਮਾਮਲਾ ਕੁਝ ਹੋਰ ਹੀ ਆ, ਪਰ ਜੇ ਅੱਜ ਉਹ ਸਭ ਕੁਝ ਸੱਚ ਨਿਕਲਦਾ ਜੋ ਮੇਰੀ ਸੋਚ ਦੇ ਮੁਤਾਬਿਕ ਸੀ, ਫਿਰ ਮੈਨੂੰ ਅੱਜ ਬਹੁਤ ਵੱਡਾ ਫੈਸਲਾ ਲੈਣਾ ਪੈਣਾ ਸੀ। ਮੈਂ ਆਪਣੇ ਆਪ ਨੂੰ ਤਿਆਰ ਕਰ ਲਿਆ ਸੀ। ਮੈਂ ਜੋ ਵੀ ਕਰਨਾ ਸੀ ਉਸ ਲਈ ਬਿਲਕੁਲ ਤਿਆਰ ਸੀ, ਕਿਉਂਕਿ ਮੈਂ ਇੱਕ ਮਰਦ ਸੀ ਤੇ ਰੱਬ ਨੇ ਇੱਕ ਮਰਦ ਦੇ ਅੰਦਰ ਇੱਕ ਅਜਿਹੀ ਕਿਸਮ ਦੀ ਤਾਕਤ ਰੱਖੀ ਆ ਜਿਸ ਦੀ ਵਜ੍ਹਾ ਕਰਕੇ ਉਸ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਕੁਝ ਗਲਤ ਹੋਣ ਵਾਲਾ ਜਾਂ ਨਹੀਂ। ਮੈਂ ਉਹਨਾਂ ਦੀ ਛੱਤ ਤੇ ਚੜ ਗਿਆ ਤੇ ਫਿਰ ਆਪਣੀ ਛੱਤ ਉੱਪਰ ਦੀ ਪੌੜੀਆਂ ਉਤਰ ਗਿਆ। ਮੈਨੂੰ ਅਜੀਬ ਤਰ੍ਹਾਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਮੈਂ ਫੌਰਨ ਸਮਝ ਗਿਆ ਕਿ ਇਹ ਆਵਾਜ਼ਾਂ ਕਿਸ ਤਰ੍ਹਾਂ ਦੀਆਂ ਹਨ। ਮੇਰਾ ਖੂਨ ਖੌਲਣ ਲੱਗ ਗਿਆ, ਮੇਰੇ ਹੱਥ ਪੈਰ ਫੁੱਲਣ ਲੱਗ ਗਏ। ਮੈਨੂੰ ਗੁੱਸਾ ਆ ਰਿਹਾ ਸੀ ਤੇ ਹੈਰਾਨੀ ਵੀ ਹੋ ਰਹੀ ਸੀ। ਮੈਂ ਦਰਵਾਜ਼ੇ ਵੱਲ ਦੇਖਿਆ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਇਹ ਤਾਂ ਉਹੀ ਕਮਰਾ ਸੀ ਜਿੱਥੇ ਮੇਰੀ ਮਾਂ ਬੈਠੀ ਸੀ ਤੇ ਮੈਂ ਆਪਣੇ ਚਾਚਾ ਜੀ ਨੂੰ ਵੀ ਉੱਥੇ ਹੀ ਛੱਡ ਕੇ ਆਇਆ ਸੀ। ਮੈਂ ਅਚਾਨਕ ਦਰਵਾਜ਼ੇ ਤੇ ਦਸਤਕ ਦੇ ਦਿੱਤੀ। ਅੰਦਰ ਦੀਆਂ ਆਵਾਜ਼ਾਂ ਬਿਲਕੁਲ ਬੰਦ ਹੋ ਗਈਆਂ। 2 ਮਿੰਟ ਤੋਂ ਬਾਅਦ ਦਰਵਾਜ਼ਾ ਖੁੱਲ੍ਹ ਗਿਆ। ਜਦੋਂ ਮੈਂ ਅੰਦਰ ਦੇਖਿਆ ਤਾਂ ਦੇਖ ਕੇ ਮੇਰੇ ਹੋਸ਼ ਉੱਡ ਗਏ। ਫਿਰ ਮੈਂ ਆਸਾ ਦੇਖਿਆ ਨਾ ਪਾਸਾ। ਮੈਂ ਆਪਣੇ ਚਾਚਾ ਜੀ ਨੂੰ ਕਾਲਰ ਤੋਂ ਫੜ ਕੇ ਬਾਹਰ ਜ਼ਮੀਨ ਤੇ ਸੁੱਟ ਦਿੱਤਾ। ਮੈਂ ਜਵਾਨੀ ਦੀ ਦਹਲੀਜ਼ ਤੇ ਖੜਾ ਸੀ ਤੇ ਮੇਰੇ ਅੰਦਰ ਬਹੁਤ ਤਾਕਤ ਸੀ। ਮੈਂ ਆਪਣੀ ਤਾਕਤ ਉਦੋਂ ਨਾ ਅਜਮਾਉਂਦਾ ਤਾਂ ਕਦੋਂ ਅਜਮਾਉਂਦਾ। ਉਹ ਸ਼ਖਸ ਮੇਰੇ ਸਾਹਮਣੇ ਮੇਰੀ ਬਰਬਾਦੀ ਦਾ ਸਮਾਨ ਲਈ ਖੜਾ ਸੀ। ਮੇਰੀ ਮਾਂ ਰੋ ਰਹੀ ਸੀ। ਉਸਨੇ ਮੈਨੂੰ ਦੇਖ ਕੇ ਮੂੰਹ ਪਿੱਛੇ ਕਰ ਲਿਆ। ਮੇਰੀਆਂ ਅੱਖਾਂ 'ਚ ਹੰਝੂ ਆ ਗਏ। ਮੈਂ ਆਪਣੇ ਚਾਚੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਮੇਰੇ ਚਾਚੇ ਦੀਆਂ ਚੀਕਾਂ ਦੀ ਆਵਾਜ਼ ਬਾਹਰ ਗਈ ਤਾਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਘਰ ਲੜਾਈ ਹੋ ਰਹੀ ਆ। ਫਿਰ ਲੋਕ ਘਰ ਦੇ ਅੰਦਰ ਆ ਗਏ। ਲੋਕਾਂ ਨੇ ਮੇਰੇ ਚਾਚੇ ਦੀ ਜਾਨ ਬਚਾ ਲਈ। ਮੇਰਾ ਦੋਸਤ ਵੀ ਸਾਡੇ ਘਰ ਆ ਗਿਆ, ਕਿਉਂਕਿ ਉਸ ਨੂੰ ਪਹਿਲਾਂ ਹੀ ਅੰਦਾਜ਼ਾ ਹੋ ਗਿਆ ਸੀ ਕਿ ਮੈਂ ਛੱਤ ਉੱਪਰ ਦੀ ਜਾ ਰਿਹਾ। ਜ਼ਰੂਰ ਕੋਈ ਨਾ ਕੋਈ ਮਾਮਲਾ ਗੜਬੜਿਆ। ਉਹ ਤਾਂ ਮੇਰਾ ਦੋਸਤ ਸੀ। ਉਸਨੇ ਮੈਨੂੰ ਰੋਕਿਆ ਨਹੀਂ, ਬਲਕਿ ਮੇਰੇ ਨਾਲ ਹੀ ਚਾਚੇ ਦਾ ਕੁਟਾਪਾ ਕਰਨਾ ਸ਼ੁਰੂ ਕਰ ਦਿੱਤਾ। ਪਰ ਬਾਕੀ ਲੋਕਾਂ ਨੇ ਮੇਰੇ ਚਾਚੇ ਨੂੰ ਬਚਾ ਲਿਆ। ਮੈਂ ਲੋਕਾਂ ਨੂੰ ਕਿਹਾ ਕਿ ਇਹ ਆਦਮੀ ਕੌਣ ਆ, ਮੈਂ ਇਸ ਨੂੰ ਨਹੀਂ ਜਾਣਦਾ। ਇਹ ਜ਼ਬਰਦਸਤੀ ਮੇਰੇ ਘਰ ਦੇ ਅੰਦਰ ਆ ਗਿਆ। ਫਿਰ ਲੋਕਾਂ ਨੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਫਿਰ ਮੈਂ ਆਪਣੇ ਚਾਚੇ ਦੇ ਘਰੇ ਚਲਿਆ ਗਿਆ। ਮੈਂ ਆਪਣੀ ਚਾਚੀ ਤੇ ਭੂਆ ਨੂੰ ਸਭ ਕੁਝ ਦੱਸ ਦਿੱਤਾ। ਉਹ ਹੈਰਾਨ ਰਹਿ ਗਈਆਂ। ਮੈਂ ਇਹ ਵੀ ਦੱਸ ਦਿੱਤਾ ਕਿ ਚਾਚਾ ਸਾਡੇ ਘਰ ਪੈਸੇ ਦੇ ਕੇ ਆਉਂਦਾ। ਮੈਂ ਕਿਹਾ, ਜੇ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਚਾਚਾ ਇਸ ਅੰਜਾਮ ਦੇ ਪੈਸੇ ਦੇ ਰਿਹਾ ਤਾਂ ਮੈਂ ਉਸ ਨੂੰ ਪਹਿਲਾਂ ਹੀ ਆਪਣੇ ਘਰ 'ਚੋਂ ਧੱਕੇ ਮਾਰ ਕੇ ਕੱਢ ਦਿੰਦਾ। ਉਸ ਵਕਤ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ। ਮੈਂ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਸਕਿਆ।
ਚਾਚਾ ਵਾਕਿਆ ਹੀ ਪਿਓ ਦੀ ਜਗ੍ਹਾ ਹੁੰਦਾ। ਉਸ ਉੱਤੇ ਹੱਥ ਚੁੱਕਣਾ ਕੋਈ ਚੰਗੀ ਗੱਲ ਨਹੀਂ, ਪਰ ਉਸ ਵਕਤ ਮੈਨੂੰ ਇਹੀ ਕਰਨਾ ਚਾਹੀਦਾ ਸੀ, ਕਿਉਂਕਿ ਚਾਚੇ ਨੇ ਦੁਬਾਰਾ ਮੇਰੇ ਹੱਥ ਨਹੀਂ ਆਉਣਾ ਸੀ ਤੇ ਨਾ ਹੀ ਮੈਂ ਉਸ ਨੂੰ ਕਾਨੂੰਨ ਦੇ ਹੱਥ ਵਿੱਚੋਂ ਲੈ ਸਕਦਾ ਸੀ। ਇਸ ਲਈ ਮੈਂ ਸੋਚਿਆ ਕਿ ਵਗਦੀ ਗੰਗਾ 'ਚ ਹੱਥ ਧੋ ਹੀ ਲਿਆ ਜਾਵੇ। ਮੇਰੀ ਚਾਚੀ, ਭੂਆ ਤੇ ਦਾਦੇ ਨੇ ਮੈਨੂੰ ਕਿਹਾ ਕਿ ਇਸ ਗੱਲ ਨੂੰ ਇੱਥੇ ਹੀ ਖਤਮ ਕਰ ਦੇ, ਜਾ ਕੇ ਆਪਣੇ ਚਾਚੇ ਨੂੰ ਪੁਲਿਸ ਸਟੇਸ਼ਨ ਤੋਂ ਵਾਪਸ ਲਿਆ। ਮੈਂ ਕਿਹਾ ਨਹੀਂ, ਮੈਂ ਇਹ ਸਭ ਕੁਝ ਹਰਗਿਜ਼ ਨਹੀਂ ਕਰਾਂਗਾ। ਤੁਸੀਂ ਇਹੀ ਦੁਆ ਕਰੋ ਕਿ ਚਾਚੇ ਨੂੰ ਕਾਨੂੰਨ ਸਜ਼ਾ ਦੇ ਦੇਵੇ, ਪਰ ਜੇ ਉਹ ਮੇਰੇ ਹੱਥ ਲੱਗ ਗਿਆ ਤਾਂ ਮੈਂ ਉਸ ਨੂੰ ਨਹੀਂ ਬਖਸ਼ਾਂਗਾ। ਉਹ ਕਹਿਣ ਲੱਗੇ, ਕੱਲ ਦਾ ਮੁੰਡਾ ਸਾਡੇ ਸਾਹਮਣੇ ਸਾਡਾ ਦੁਸ਼ਮਣ ਬਣ ਕੇ ਖੜ ਗਿਆ। ਤੂੰ ਆਪਣੀ ਮਾਂ ਨੂੰ ਨਹੀਂ ਸਮਝਾ ਸਕਦਾ? ਹੋ ਸਕਦਾ ਇਹ ਸਭ ਵਿੱਚ ਉਹ ਖੁਦ ਸ਼ਾਮਿਲ ਹੋਵੇ। ਉਸਨੇ ਤੇਰੇ ਚਾਚੇ ਤੇ ਡੋਰੇ ਪਾਏ ਹੋਣ। ਉਹ ਅਜੇ ਵੀ ਜਵਾਨ ਤੇ ਸੋਹਣੀ ਆ, ਉਸਨੇ ਆਪਣਾ ਹੁਸਨ ਦਿਖਾਇਆ ਹੋਵੇਗਾ। ਮੈਨੂੰ ਉਹਨਾਂ ਦੀਆਂ ਗੱਲਾਂ ਤੇ ਬਹੁਤ ਹੀ ਗੁੱਸਾ ਆ ਰਿਹਾ ਸੀ। ਉਸ ਵਕਤ ਜੇ ਮੈਨੂੰ ਆਪਣੇ ਦਾਦੇ ਦੀ ਉਮਰ ਦਾ ਲਿਹਾਜ਼ ਨਾ ਹੁੰਦਾ ਤਾਂ ਮੈਂ ਉਸ ਨੂੰ ਵੀ ਦੱਸ ਦਿੰਦਾ ਕਿ ਮੈਂ ਕੌਣ ਆ। ਮੈਂ ਕਿਹਾ, ਹੁਣ ਮੈਂ ਤੁਹਾਨੂੰ ਦੱਸਾਂਗਾ। ਦਰਅਸਲ ਜਿਸ ਘਰ ਵਿੱਚ ਅਸੀਂ ਰਹਿੰਦੇ ਸੀ ਉਹ ਘਰ ਚਾਚੇ ਦਾ ਸੀ। ਉਸ ਨੇ ਆਪਣੀ ਪਤਨੀ ਤੋਂ ਚੋਰੀ ਉਹ ਘਰ ਖਰੀਦਿਆ ਸੀ ਤੇ ਮੇਰੇ ਪਾਪਾ ਨੂੰ ਰਹਿਣ ਦੇ ਲਈ ਦਿੱਤਾ ਸੀ। ਜਦੋਂ ਪਾਪਾ ਘਰ ਚੋਂ ਨਿਕਲੇ ਸੀ ਤਾਂ ਉਹਨਾਂ ਦੇ ਰਹਿਣ ਦੇ ਲਈ ਕੋਈ ਜਗ੍ਹਾ ਨਹੀਂ ਸੀ, ਪਰ ਪਾਪਾ ਕੋਲ ਉਸ ਵਕਤ ਕੁਝ ਵੀ ਨਹੀਂ ਸੀ। ਫਿਰ ਤਰਸ ਖਾ ਕੇ ਚਾਚੇ ਨੇ ਆਪਣੇ ਭਰਾ ਤੇ ਇੱਕ ਛੋਟਾ ਜਿਹਾ ਅਹਿਸਾਨ ਕੀਤਾ। ਹੁਣ ਚਾਚਾ ਜਦੋਂ ਵੀ ਸਾਡੇ ਘਰ ਆਉਂਦਾ ਤੇ ਮਾਂ ਨੂੰ ਹਰ ਵਕਤ ਧਮਕੀ ਦਿੰਦਾ ਕਿ ਇਹ ਘਰ ਮੇਰਾ, ਇਸ ਘਰ ਚੋਂ ਨਿਕਲ ਜਾ, ਨਹੀਂ ਤਾਂ ਮੇਰੀ ਗੱਲ ਮੰਨ ਲਾ। ਮੇਰੀ ਮਾਂ ਇਹ ਸੋਚਦੀ ਕਿ ਮੇਰਾ ਬੇਟਾ ਬੜੀ ਮੁਸ਼ਕਲ ਨਾਲ ਮਿਹਨਤ ਮਜ਼ਦੂਰੀ ਕਰਕੇ ਘਰ ਦਾ ਖਰਚਾ ਚਲਾ ਰਿਹਾ। ਮਸਾਂ 2-4 ਚੀਜ਼ਾਂ ਘਰ 'ਚ ਆਉਣੀਆਂ ਸ਼ੁਰੂ ਹੋਈਆਂ, ਪਰ ਜੇ ਸਾਡੇ ਸਿਰ ਉੱਤੇ ਛੱਤ ਨਾ ਰਹੀ ਤਾਂ ਫਿਰ ਕੀ ਬਣੇਗਾ। ਕਿਰਾਏ ਦੇ ਮਕਾਨ 'ਚ ਰਹਿਣਾ ਬਹੁਤ ਮੁਸ਼ਕਲ ਆ। ਅੱਜ ਕੱਲ੍ਹ ਦੇ ਜ਼ਮਾਨੇ 'ਚ ਆਦਮੀ ਆਪਣਾ ਖਾਣ ਪੀਣ ਦਾ ਇੰਤਜ਼ਾਮ ਕਰ ਲਵੇ, ਇਹੀ ਬਹੁਤ ਆ। ਅਸੀਂ ਨਾ ਤਾਂ ਨਵੇਂ ਕੱਪੜੇ ਖਰੀਦਦੇ ਸੀ, ਨਾ ਕਿਤੇ ਆਉਂਦੇ ਜਾਂਦੇ ਸੀ। ਬਿਮਾਰੀ ਦੀ ਹਾਲਤ ਵਿੱਚ ਸਰਕਾਰੀ ਹਸਪਤਾਲ 'ਚ ਧੱਕੇ ਖਾਂਦੇ ਸੀ। ਬਸ ਜਿਵੇਂ ਕਿਵੇਂ ਕਰਕੇ ਰੋਟੀ ਖਾ ਰਹੇ ਸੀ। ਪਰ ਜੇ ਸਾਨੂੰ ਕਿਰਾਏ ਦੇ ਘਰ 'ਚ ਰਹਿਣਾ ਪੈਂਦਾ ਤਾਂ ਸਾਡਾ ਬੁਰਾ ਹਾਲ ਹੋ ਜਾਂਦਾ। ਮੇਰੀ ਮਾਂ ਮਜਬੂਰ ਸੀ। ਮੇਰਾ ਚਾਚਾ ਉਸ ਦੀ ਮਜਬੂਰੀ ਦਾ ਫਾਇਦਾ ਉਠਾ ਰਿਹਾ ਸੀ। ਪੈਸੇ ਵੀ ਇਸੇ ਲਈ ਦੇ ਕੇ ਜਾਂਦਾ ਸੀ। ਮੈਂ ਪੁਲਿਸ ਨੂੰ ਸਭ ਕੁਝ ਦੱਸ ਦਿੱਤਾ ਤੇ ਚਾਚੇ ਤੇ ਕੇਸ ਕਰ ਦਿੱਤਾ। ਪੁਲਿਸ ਨੇ ਕਿਹਾ, ਉਹ ਤੁਹਾਡਾ ਰਿਸ਼ਤੇਦਾਰ ਆ, ਤੁਸੀਂ ਉਸ ਨਾਲ ਬੈਠ ਕੇ ਸੁਲ੍ਹਾ ਸਫਾਈ ਕਿਉਂ ਨਹੀਂ ਕੀਤੀ? ਉਹਨਾਂ ਨੇ ਕਿਹਾ ਕਿ ਇਸ ਬਾਰੇ ਪਹਿਲਾਂ ਹੀ ਸੋਚ ਲਾ। ਜੇ ਇੱਕ ਵਾਰ FIR ਦਰਜ ਹੋ ਗਈ ਤਾਂ ਫਿਰ ਪਿੱਛੇ ਨਹੀਂ ਹਟ ਸਕੇਗਾ। ਮੈਂ ਕਿਹਾ, ਮੈਂ ਕੋਈ ਸੁਲ੍ਹਾ ਸਫਾਈ ਨਹੀਂ ਕਰਨੀ। ਮੈਂ ਆਪਣੀ ਮਾਂ ਦੀ ਬੇਇੱਜ਼ਤੀ ਦਾ ਬਦਲਾ ਲੈਣਾ। ਉਸ ਨੂੰ ਉਸ ਦੇ ਕੀਤੇ ਦੀ ਸਜ਼ਾ ਮਿਲਣੀ ਚਾਹੀਦੀ ਆ। ਫਿਰ ਪੁਲਿਸ ਨੇ ਕਿਹਾ, ਠੀਕ ਆ। ਮੈਂ ਆਪਣੇ ਚਾਚੇ ਦੇ ਖਿਲਾਫ FIR ਦਰਜ ਕਰਵਾ ਦਿੱਤੀ। ਮੇਰੇ ਬਾਕੀ ਰਿਸ਼ਤੇਦਾਰ ਵੀ ਮੇਰੇ ਖਿਲਾਫ ਹੋ ਗਏ। ਅੱਜ ਵੀ ਮੁਕੱਦਮਾ ਚੱਲ ਰਿਹਾ। ਮੇਰਾ ਚਾਚਾ ਜੇਲ੍ਹ 'ਚ ਆ ਤੇ ਤਰੀਕ ਤੇ ਤਰੀਕ ਪੈ ਰਹੀ ਆ, ਪਰ ਮੈਂ ਆਪਣੀ ਜਿੱਦ ਤੇ ਅੜਿਆ। ਮੈਂ ਇੱਕ ਵਕੀਲ ਵੀ ਕੀਤਾ ਜੋ ਗਰੀਬਾਂ ਦੇ ਕੇਸ ਮੁਫਤ ਲੜਦਾ। ਉਹ ਅਜੇ ਨਵਾਂ ਵਕੀਲ ਬਣਿਆ। ਵਕੀਲ ਦਾ ਕਹਿਣਾ ਕਿ ਮੇਰਾ ਇਹ ਤੀਜਾ ਕੇਸ ਆ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਆਪਾਂ ਕੇਸ ਜਿੱਤ ਲਈਏ, ਜਾਣੀ ਕਿ ਸਾਨੂੰ ਇਨਸਾਫ ਜ਼ਰੂਰ ਮਿਲੇਗਾ। ਕਦੇ ਮੇਰੇ ਦਾਦਾ, ਮੇਰੀ ਭੂਆ ਤੇ ਕਦੇ ਮੇਰੀ ਚਾਚੀ ਸਾਡੇ ਘਰ ਆਉਂਦੇ ਆ। ਉਹਨਾਂ ਦਾ ਕਹਿਣਾ ਕਿ ਇਹ ਘਰ ਵੀ ਤੂੰ ਰੱਖ ਲਾ, ਮੁਕੱਦਮਾ ਵਾਪਸ ਲੈ ਲਾ। ਮੈਂ ਬਹੁਤ ਪਰੇਸ਼ਾਨ ਆ। ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕੀ ਕਰਾਂ, ਕਿਉਂਕਿ ਇੱਕ ਨਾ ਇੱਕ ਦਿਨ ਮੈਨੂੰ ਇਹ ਘਰ ਛੱਡਣਾ ਹੀ ਪਵੇਗਾ। ਪਰ ਮੈਂ ਆਪਣੀ ਮਾਂ ਦੀ ਇੱਜ਼ਤ ਦਾ ਸੌਦਾ ਕਰ ਲਵਾਂ ਤੇ ਬਦਲੇ 'ਚ ਇਹ ਘਰ ਰੱਖ ਲਵਾਂ ਤੇ ਕੇਸ ਨੂੰ ਬੰਦ ਕਰਵਾ ਦੇਵਾਂ। ਇਹ ਸਭ ਕੁਝ ਭੁੱਲ ਜਾਵਾਂ। ਕੀ ਇੱਕ ਬੇਟਾ ਇਸ ਤਰ੍ਹਾਂ ਕਰ ਸਕਦਾ? ਮੈਂ ਤਾਂ ਆਪਣੀ ਮਾਂ ਦੇ ਸਾਹਮਣੇ ਪਹਿਲਾਂ ਹੀ ਬਹੁਤ ਸ਼ਰਮਿੰਦਾ। ਮੈਂ ਵਕਤ ਰਹਿੰਦਿਆਂ ਆਪਣੀ ਮਾਂ ਨੂੰ ਬਚਾ ਨਾ ਸਕਿਆ ਤੇ ਉਸ ਨੂੰ ਮਜਬੂਰੀ ਵਿੱਚ ਇਹ ਸਭ ਕੁਝ ਕਰਨਾ ਪਿਆ। ਮੈਨੂੰ ਤਾਂ ਇਹ ਸਭ ਕੁਝ ਬਹੁਤ ਪਹਿਲਾਂ ਕਰ ਲੈਣਾ ਚਾਹੀਦਾ ਸੀ। ਹੁਣ ਮੈਂ ਇਸ ਗੁਨਾਹ ਦੇ ਹੇਠਾਂ ਸਾਰੀ ਜ਼ਿੰਦਗੀ ਦਬ ਕੇ ਰਵਾਂਗਾ, ਪਰੇਸ਼ਾਨ ਰਹਾਂਗਾ ਤੇ ਉੱਪਰ ਜਾ ਕੇ ਆਪਣੇ ਪਾਪਾ ਨੂੰ ਕੀ ਮੂੰਹ ਦਿਖਾਵਾਂਗਾ ਕਿ ਮੈਂ ਆਪਣੀ
ਮਾਂ ਦਾ ਖਿਆਲ ਨਹੀਂ ਰੱਖ ਸਕਿਆ? ਤੁਸੀਂ ਦੱਸੋ ਕਿ ਜੇ ਤੁਸੀਂ ਮੇਰੀ ਜਗ੍ਹਾ ਹੁੰਦੇ ਤਾਂ ਕੀ ਕਰਦੇ? ਮੈਨੂੰ ਕੀ ਕਰਨਾ ਚਾਹੀਦਾ? ਕੀ ਮੈਂ ਕੇਸ ਵਾਪਸ ਲੈ ਲਵਾਂ ਤੇ ਘਰ ਰੱਖ ਲਵਾਂ, ਸਾਰੀ ਉਮਰ ਆਪਣੀ ਮਾਂ ਦੇ ਸਾਹਮਣੇ ਸ਼ਰਮਿੰਦਾ ਰਹਾਂ, ਜਾਂ ਫਿਰ ਮੈਂ ਡਟ ਕੇ ਕੇਸ ਲੜਾਂ ਤੇ ਉਸ ਨੂੰ ਸਜ਼ਾ ਦਿਵਾਵਾਂ? ਸੋ ਦੋਸਤੋ, ਇਹ ਸੀ ਜੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ। ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ। ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।